प्यारे जी ओ भुख लैंदी दीद कीतिया। प्यारे जी 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 भुख लैंदी दीद कीतिया। मां ने दुध मखना नाल पालिया। मां ने दुध मखना नाल पालिया। भुख लैंदी दीद कीतिया। प्यारे जी भुख लैंदी दीद कीतिया। मां ने दुध मखना नाल पालिया। मां ने दुध मखना दे नाल पालिया। भुख लैंदी दीद कीतिया। प्यारे जी भुख लैंदी दीद कीतिया। मां ने दुध मखना नाल पालिया। मां ने दुध मखना दे नाल पालिया। भुख लैंदी दीद कीतिया। प्यारे जी भुख लैंदी दीद कीतिया। मां ने दुध मखना दे नाल पालिया। भुख लैंदी दीद कीतिया। मां ने दुध मखना दे नाल पालिया। भुख लैंदी दीद कीतिया। मां ने दुध मखना दे नाल पालिया। भुख लैंदी दीद कीतिया। मां ने दुध मखना दे नाल पालिया। भुख लैंदी दीद कीतिया। मां ने दुध मखना दे नाल पालिया। भुख लैंदी दीद कीतिया। मां ने दुध मखना दे नाल पालिया। भुख लैंदी दीद कीतिया। जी दुध आगे अरदास हमारी जियो पिंड सब तेरा। कहो नानक सब तेरी वड्याई कोई न हो न जाने मेरा। परम सत्कारयोग गुरु जी की सज्जी और नवाजी हुई सत्संग जी। ਅੰਮ੍ਰਿਤ ਵੇਲੇ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅੰਮ੍ਰਿਤਮਈ ਰੱਬੀ ਬਾਣੀ, ਤੁਰਕੀ ਬਾਣੀ, ਅਕਾਲੀ ਬਾਣੀ ਤੁਰ ਉਸ ਦਰਗਾਹ ਦੇ ਵਿੱਚੋਂ ਆਈ ਬਾਣੀ ਅਕਾਲੀ ਅਕਾਲ ਪੁਰਖ ਦੇ ਮੁਖ ਵਿੱਚੋਂ ਆਈ ਬਾਣੀ। ਇਹ ਨਹੀਂ ਇਹਦਾ ਅਰਥ ਲਾ ਲੈਣਾ ਵੀ ਇਹ ਅਕਾਲੀਆਂ ਦੀ ਬਾਣੀ ਹੈ, ਨਹੀਂ। ਮਰਜੀ ਕਹਿੰਦੇ ਧੁਰ ਦਰਗਾਹੀ ਬਾਣੀ ਹੈ, ਅਕਾਲੀ ਅਕਾਲ ਪੁਰਖ ਦੀ ਬਾਣੀ ਹੈ। ਤੁਰਕੀ ਬਾਣੀ, ਅਕਾਲੀ ਬਾਣੀ, ਰੱਬੀ ਬਾਣੀ, ਰੱਬ ਦੇ ਮੁਖ ਵਿੱਚੋਂ ਆਈ ਹੋਈ ਬਾਣੀ। ਤੇ ਚੌਥਾ ਹੈ ਖਸਮ ਕੀ ਬਾਣੀ। ਉਹ ਪਰਮਾਤਮਾ ਇੱਕ ਖਸਮ ਵੀ ਹੈ। ਏਮਨਾਬਾਦ ਦੀ ਧਰਤੀ ਵਿੱਚ ਜਾ ਕੇ ਭਾਈ ਮਰਦਾਨੇ ਦੇ ਘਰ ਵਿੱਚ ਬੈਠ ਕੇ ਇਹ ਸ਼ਬਦ ਉਚਾਰਨ ਕਰਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਗੁਰੂ ਨਾਨਕ ਨੇ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਬੇਲਾਲੋ। ਪਾਪ ਕੀ ਜੰਝ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਬੇਲਾਲੋ। ਸ਼ਰਮ ਧਰਮ ਦੋ ਛਪ ਖਲੋਏ, ਕੂੜ ਫਿਰੈ ਪ੍ਰਧਾਨ ਬੇਲਾਲੋ।
ਇਸ ਸ਼ਬਦ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕੀਤਾ ਹੈ। ਇਸ ਕਰਕੇ ਵੀ ਚਲੋ ਮੈਂ ਅਰਜ਼ ਕਰ ਰਿਹਾ ਸੀ, ਮਹਾਰਾਜ ਜੀ ਕਹਿੰਦੇ ਖਸਮ ਬਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਝ ਸਿਨਾਥ। ਦੋਨੋਂ ਹੀ ਅਰਥ ਹੈ, ਇੱਕ ਦੁਨਿਆਵੀ ਪੱਖ ਤੇ ਲੈ ਲਓ, ਇੱਕ ਪੱਖ ਉਹ ਪਰਮਾਤਮਾ ਦੇ ਘਰ ਦਾ ਲੈ ਲਓ। ਜਿਹੜਾ ਉਸ ਰੱਬ ਨੂੰ ਵਿਸਾਰ ਦਿੰਦਾ ਹੈ ਉਹੋ ਜਿਹਾ ਹੋ ਜਾਂਦਾ ਹੈ ਜਿਵੇਂ ਇੱਕ ਇਸਤਰੀ ਆਪਣੇ ਪਤੀ ਨੂੰ ਵਿਸਾਰ ਦੇਵੇ। ਖਸਮ ਵਿਸਾਰੈ ਤੇ ਕਮਜਾਤ, ਗਲ ਕੱਢਦੀਆਂ ਪੈਣਾ ਕਹਿੰਦੀਆਂ ਨਹੀਂ ਹੁੰਦੀਆਂ, ਨਹੀਂ ਤੂੰ ਕਮਜਾਤੇ। ਇਸ ਤਰ੍ਹਾਂ ਜੇ ਤੁਸੀਂ ਸਿੱਧਾ ਕਿਸੇ ਨੂੰ ਇਸ ਨਾਲ ਲੜਦੇ ਲੜਦੇ ਕਹਿ ਦਿਓ ਨਾ ਇਹ ਕਮਜਾਤ ਹੈ, ਉਸੇ ਵਕਤ ਡਾਂਗ ਖੜਕ ਜੂਗੀ। ਤੇ ਗੁਰੂ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਵਿੱਚ ਕਹਿਤਾ, ਉਸ ਬਾਣੀ ਵਿੱਚ ਕਹਿਤਾ ਜਿਹੜੀ ਰੋਜ਼ਾਨਾ ਪੜ੍ਹੀ ਜਾਂਦੀ ਹੈ, ਸ਼ਾਮ ਨੂੰ ਰੋਜ਼ਾਨਾ ਬਾਣੀ ਦਾ ਜਾਪ ਹੁੰਦਾ, ਉਹਦੇ ਵਿੱਚ ਮਹਾਰਾਜ ਨੇ ਖੋਲ ਕੇ ਕਹਿਤਾ ਖਸਮ ਵਿਸਾਰਹਿ ਤੇ ਕਮਜਾਤ। ਕਹਿੰਦੇ ਤੂੰ ਤਾਂ ਜੇ ਤੇਰੇ ਬਾਣੀ ਅੰਦਰੋਂ ਵਿਸਰ ਗਈ ਨਾ, ਤੂੰ ਬਾਣੀ ਨਾਲ ਟੁੱਟ ਗਿਆ, ਤੂੰ ਉਸ ਜਿਹੜੀ ਇੱਕ ਭੈਣ ਗਾਲ ਕੱਢਦੀ ਆ ਉਹਦੇ ਨਾਲ ਵੀ ਭੈੜਾ ਹੈ। ਖਸਮ ਵਿਸਾਰਹਿ ਤੇ ਕਮਜਾਤ ਨਾਨਕ ਨਾਵੈ ਬਾਝ ਸਿਨਾਥ। ਕਹਿੰਦੇ ਫਿਰ ਤੂੰ ਸੁੰਨਾ ਹੋ ਗਿਆ ਹੈ। ਇਸ ਕਰਕੇ ਇਹ ਪਾਵਨ ਪਿੱਤਰ ਅੰਮ੍ਰਿਤਮਈ ਬਾਣੀ ਹੈ, ਜਿਹਦੀਆਂ ਬਾਜਾਂ ਅੰਮ੍ਰਿਤ ਵੇਲੇ ਦੇਖੋ ਹਰ ਇੱਕ ਗੁਰੂ ਘਰ ਵਿੱਚੋਂ ਕਿਸੇ ਮੰਦਿਰ ਵਿੱਚ ਆਵਾਜ਼ ਆਉਂਦੀ ਹੈ ਰਾਮ ਰਾਮ ਦੀ, ਕਿਤੋਂ ਡੇਰੇ ਵਿੱਚੋਂ ਆਵਾਜ਼ ਆਉਂਦੀ ਹੈ, ਕਿਸੇ ਗੁਰਦੁਆਰੇ ਵਿੱਚੋਂ ਆਵਾਜ਼ ਆਉਂਦੀ ਹੈ, ਕਿਸੇ ਉਸ ਚਰਚ ਵਿੱਚੋਂ ਆਵਾਜ਼ ਆਉਂਦੀ ਹੈ, ਕਿਸੇ ਮਸੀਤ ਵਿੱਚੋਂ ਆਵਾਜ਼ ਆਉਂਦੀ ਹੈ। ਆਉਂਦੀ ਤਾਂ ਪਰਮਾਤਮਾ ਦੇ ਨਾਮ ਦੀ ਹੋਈ ਹੈ ਨਾ, ਰੱਬ ਦੇ ਘਰ ਦੀ ਆਵਾਜ਼ ਆਉਂਦੀ ਹੈ। ਕੋਈ ਕਰਮਾਂ ਵਾਲਾ ਸੁਣ ਲੈਂਦਾ ਖੜ ਕੇ। ਤੇ ਇਸ ਵੇਲੇ ਦੇਖੋ ਜਾ ਕੇ ਤੁਸੀਂ, ਸਾਨੂੰ ਬੜਿਆਂ ਦੇ ਫੋਨ ਵੀ ਆਉਂਦੇ ਨੇ, ਬੜੇ ਮਿਲਦੇ ਨੇ, ਕਹਿੰਦੇ ਜੀ ਉਹਦੇ ਸਟੇਸ਼ਨ ਤੇ ਤੁਰੇ ਫਿਰਦੇ ਹੁੰਦੇ ਆ, ਨਾਲੇ ਬਾਣੀ ਸੁਣ ਲੈਂਦੇ ਆ, ਨਾਲੇ ਅਸੀਂ ਆਪਣੀ ਸੈਰ ਕਰਦੇ ਹਾਂ। ਦੇਖੋ ਦੋ ਲਾਹੇ। ਬਹੁਤੇ ਫਿਰ ਇਹੋ ਜਿਹੇ ਮੇਰੇ ਉਹ ਕਹਿੰਦੇ ਸਾਥੋਂ ਆਇਆ ਨਹੀਂ ਜਾਂਦਾ, ਪਰ ਅਸੀਂ ਮੰਜੇ ਤੋਂ ਉੱਠ ਕੇ ਬਹਿ ਜਾਂਦੇ, ਉਹ ਵੀ ਇੱਕ ਲਾਹਾ ਹੈ। ਐਸੀ ਗੱਲ ਨਹੀਂ ਵੀ ਲਾਹਾ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਵੀ ਇਹ ਕੰਨਾਂ ਦੇ ਵਿੱਚ ਬਾਣੀ ਪੈਂਦੀ ਹੈ, ਉੱਥੋਂ ਤਿੱਕਰ ਜਿਹੜੀ ਧਰਤੀ ਅੱਜ ਤਪ ਰਹੀ ਹੈ, ਰੇਤ ਵਾਂਗੂ, ਅੱਗ ਦੇ ਰੇਤ ਵਾਂਗੂ ਤਪ ਰਹੀ ਹੈ ਧਰਤੀ, ਉਹਨੂੰ ਵੀ ਸ਼ਾਂਤੀ, ਸਕੂਨ, ਸ਼ਾਂਤੀ ਮਿਲਦੀ ਹੈ। ਕਿਉਂਕਿ ਭਾਈ ਗੁਰਦਾਸ ਜੀ ਨੇ ਲਿਖਿਆ, ਕਲਯੁਗ ਕਾਲੀ ਬੱਦਲੀ ਝੜ ਝੜ ਪੈਣ ਗਿਆਰ, ਸੰਤ ਨਾ ਹੋਤੇ ਜਗਤ ਮੈਂ ਤੋ ਜਲ ਵਲਤਾ ਸੰਸਾਰ। ਮਹਾਰਾਜ ਜੀ ਕਹਿਣ ਲੱਗੇ ਪਰਮਾਤਮਾ ਦੀ ਬਾਣੀ ਹੈ, ਜਿੱਥੋਂ ਤੱਕ ਆਵਾਜ਼ ਜਾਂਦੀ ਹੈ। ਜਲੰਧਰ ਦੇ ਕੋਲੇ ਇੱਕ ਭੋਗਪੁਰ ਪਿੰਡ ਹੈ, ਮੈਂ ਸ਼ਾਇਦ ਪਹਿਲਾਂ ਵੀ ਤੁਹਾਡੇ ਚੈਨਲ ਵਿੱਚ ਅਰਜ਼ ਕਰੀ ਹੈ। ਜਲੰਧਰ ਦੇ ਕੋਲੇ ਬਾਹਰ ਜੇ ਥੋੜਾ ਜਿਹਾ ਉੱਥੇ ਇੱਕ ਪਿੰਡ ਆ, ਉਹਦਾ ਨਾਮ ਹੈ ਭੋਗਪੁਰ ਪਿੰਡ। ਉੱਥੇ ਕੋਤਰੀ ਚੱਲਦੀ ਹੈ ਅਖੰਡ ਪਾਠਾਂ ਦੀ। ਉੱਥੋਂ ਦੇ ਮੁੱਖ ਸੇਵਕ ਸਨ ਬਾਬਾ ਰਣਜੀਤ ਸਿੰਘ ਜੀ। ਹੁਣ ਤਾਂ ਉਹ ਚੜ੍ਹਾਈ ਕਰ ਗਏ। ਮੈਂ ਅਰਜ਼ ਕਰਦਾ ਸਮਝਾਉਣ ਵਾਸਤੇ ਕੋਈ ਨਾ ਕੋਈ ਜ਼ਰੂਰ ਉਹ ਜਿਹੜਾ ਪ੍ਰਮਾਣ ਦੇਣਾ ਪੈਂਦਾ ਹੈ। ਉੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਲੜੀ ਚੱਲਦੀ ਸੀ। ਇੱਕ ਅਖੰਡ ਪਾਠ ਦਾ ਭੋਗ ਪੈ ਗਿਆ, ਦੂਜਾ ਪ੍ਰਕਾਸ਼ ਹੋ ਗਿਆ, ਦੂਜੇ ਦਾ ਭੋਗ ਪੈ ਗਿਆ, ਤੀਜਾ। ਇਹਨੂੰ ਲੜੀ ਕਹਿੰਦੇ ਨੇ, ਵੀ ਲੜੀ ਨਹੀਂ ਟੁੱਟਣ ਦੇਣੀ ਪਾਪ। ਉਹ ਬਾਬਾ ਜੀ ਦੇ ਅਸਥਾਨ ਦੇ ਉੱਤੇ ਅਖੰਡ ਪਾਠ ਚੱਲਦੇ, ਉੱਥੇ ਕੋਈ ਕੋਈ ਪਾਠੀ ਖੜਦਾ ਸੀ, ਆਮ ਨਹੀਂ ਸੀ ਜਿਵੇਂ ਅੱਜ ਦੇ ਚਲੋ ਮੇਰੇ ਵਰਗੇ ਇਕੱਠੇ ਹੋ ਕੇ ਤੁਰ ਪੈਂਦੇ ਨੇ, ਉਹ ਜਿਹੀ ਨਹੀਂ ਸੀ ਪਾਠੀ ਖੜਦੇ ਉੱਥੇ। ਕਿਉਂਕਿ ਉੱਥੇ ਹਰ ਵਕਤ 3 ਦਿਨ ਲਗਾਤਾਰ ਸਪੀਕਰ ਚੱਲਦਾ ਰਿਹਾ। ਜਦੋਂ ਭੋਗ ਪੈਣਾ ਅਖੰਡ ਪਾਠ ਦਾ, ਉੱਧਰੋਂ ਨਾਲ ਦੀ ਨਾਲ ਮਹਾਰਾਜ ਸਰੂਪ ਦੀ ਜਿਹੜਾ ਉਹ ਬਦਲੀ ਹੋ ਜਾਂਦੀ, ਸੇਵਾ ਹੋ ਜਾਂਦੀ, ਉੱਧਰੋਂ ਸਪੀਕਰ ਬਦਲ ਕੇ ਦੂਜਾ ਲੱਗ ਜਾਂਦਾ, ਦਿਨ ਰਾਤ ਚੱਲਦਾ ਰਹਿੰਦਾ। ਵੱਡੀਆਂ ਯੂਨਿਟਾਂ ਤਾਹਾਂ ਮੇਰਾ ਖਿਆਲ ਉਹਨਾਂ ਦੀਆਂ 10-12 ਯੂਨਿਟਾਂ ਬੰਨੀਆਂ ਹੋਈਆਂ ਸੀ, ਦੂਰ ਦੂਰ ਤੱਕ ਖੇਤਾਂ 'ਚ ਗੁਰਦੁਆਰਾ ਸੀ। ਇੱਕ ਦਿਨ ਅਸੀਂ ਕੋਲੇ ਜਾ ਕੇ ਸਾਰਿਆਂ ਨੇ ਪੁੱਛਿਆ, ਨਾਲ ਮੇਰਾ ਭਰਾ ਸੀ ਵੱਡਾ ਭਾਈ ਭਾਨ ਸਿੰਘ ਜੀ, ਦਰਾਜ ਪਿੰਡ ਤੋਂ ਸਾਧੂ ਸੀ ਮੇਰਾ। ਅਸੀਂ ਸਾਰੇ ਅੰਦਰ ਚਲੇ ਗਏ, ਸੰਤਾਂ ਕੋਲ ਜਾ ਕੇ ਪੁੱਛਿਆ, ਬਾਬਾ ਜੀ ਇੱਥੇ ਪਹਿਲੀ ਗੱਲ ਤਾਂ ਕੋਈ ਆਉਂਦਾ ਹੀ ਨਹੀਂ ਹੈ, ਆਪਣੇ ਸਥਾਨ ਤੇ ਕੋਈ ਆਉਂਦਾ ਹੀ ਨਹੀਂ, ਘੱਟ ਆਉਂਦੇ ਨੇ ਲੋਕ। ਦੂਜਾ ਤੁਸੀਂ ਰਾਤ ਨੂੰ ਕਿਉਂ ਜੁੰਟਾ ਚਲਾ ਕੇ ਰੱਖਦੇ ਹੋ? ਦਿਨੇ ਤਾਂ ਚਲੋ ਠੀਕ ਹੈ, ਮੰਨ ਲਿਆ ਵੀ ਦਿਨੇ ਚੱਲਦੀਆਂ ਨੇ, ਤੇ ਰਾਤ ਨੂੰ ਵੀ ਸਾਰੀ ਰਾਤ ਚੱਲੀ ਜਾਂਦੀਆਂ ਭਾਈ। ਉਹ ਕਹਿੰਦੇ ਜਿੱਥੋਂ ਤੱਕ ਅਮਰ ਬਾਣੀ ਦੀ ਆਵਾਜ਼ ਜਾਂਦੀ ਹੈ, ਉੱਥੋਂ ਤੱਕ ਇਸ ਧਰਤੀ ਦਾ ਵੀ ਭਲਾ ਹੁੰਦਾ ਹੈ। ਕੋਈ ਉੱਡ ਕੇ ਜੀਵ ਪੰਛੀ ਲੰਘ ਜੇ ਉਹਦਾ ਵੀ ਭਲਾ ਹੁੰਦਾ ਹੈ। ਕਿਸੇ ਦਰਖਤ ਤੇ ਬੈਠੇ ਪੰਛੀ ਦੇ ਕੰਨ ਵਿੱਚ ਬਾਣੀ ਦੀ ਆਵਾਜ਼ ਪੈ ਗਈ, ਉਹਦਾ ਵੀ ਜਨਮ ਮਰਨ ਕੱਟਿਆ ਜਾਂਦਾ। ਜਨਮ ਮਰਨ ਵਿੱਚ ਦੁੱਖ ਸਵਾਇਆ, ਕਹਿੰਦੇ ਉਹਦਾ ਵੀ ਜਨਮ ਮਰਨ ਕੱਟਿਆ ਜਾਂਦਾ। ਦੇਖੋ ਏਡੀ ਵੱਡੀ ਇਸ ਬਾਣੀ ਦੀ ਤਾਕਤ ਹੈ। ਮਹਾਰਾਜ ਜੀ ਕਹਿੰਦੇ ਚਲੋ ਮੈਂ ਤੁਹਾਡੇ ਚਰਨਾਂ ਵਿੱਚ ਰੋਜ਼ ਤੁਸੀਂ ਚੱਲ ਕੇ ਆਉਂਦੇ ਹੋ, ਤੁਹਾਡੇ 2-2 3-3 ਲਾਹੇ ਨੇ,
ਮਨ ਵਿੱਚ ਪ੍ਰੇਮ ਬਣਿਆ। ਚਲੋ ਉੱਠ ਕੇ ਚੱਲੀਏ ਗੁਰਦੁਆਰੇ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭ ਮਿਲੋ ਤਾਂ ਨਾਨਕ ਉਤਰੀ ਚਿੰਦਾ। ਦਿਨਾਂ 'ਚ ਮੰਜਾ ਛੱਡਣਾ ਹੀ ਪਹਿਲੀ ਗੱਲ ਤਾਂ ਬੜਾ ਔਖਾ ਹੈ, ਪਰ ਇਹ ਵੱਡੇ ਕਰਮਾਂ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਨਹੀਂ ਵੀ ਕੋਈ ਮਨੁੱਖ ਹੈ ਵੱਡਾ ਹੋਊਗਾ ਜਾਂ ਉਹਦੇ ਵਧੀਆ ਕੱਪੜੇ ਹੋਣਗੇ, ਨਹੀਂ। ਮਹਾਰਾਜ ਜੀ ਕਹਿੰਦੇ ਹੋਊਗਾ ਆਮ ਮਨੁੱਖੀ ਸਾਡੇ ਵਰਗਾ, ਪਰ ਉਹਦੀ ਇਹ ਇੱਕ ਨਿਸ਼ਾਨੀ ਹੈ ਵੀ ਉਹ ਅੰਮ੍ਰਿਤ ਵੇਲੇ ਉਹਦਾ ਜੀ ਕਰੂਗਾ ਮੈਂ ਬਾਣੀ ਦੇ ਨਾਲ ਜੁੜਾਂ, ਜਾ ਕੇ ਕੁਝ ਨਾ ਕੁਝ ਲਾਹਾ ਪ੍ਰਾਪਤ ਕਰਾਂ। ਬਸ ਉਹਦੇ ਵੱਡੇ ਭਾਗ ਨੇ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਆਓ ਥੋੜਾ ਸਮਾਂ ਇਤਿਹਾਸ ਦੇ ਨਾਲ। ਮੈਂ ਅਰਜ਼ ਕਰ ਰਿਹਾ ਸੀ, ਮਾਮਾ ਆਪਣੇ ਪੁੱਤਰਾਂ ਨੂੰ ਬੜਾ ਪਾਲਦੀਆਂ ਨੇ। ਧੰਨ ਮਾਤਾ ਗੁਜਰੀ ਨੇ ਪਾਲਿਆ, ਧੰਨ ਉਹ ਸਰਵਣ ਕੁਮਾਰ, ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਮਹਾਰਾਜ, ਧੰਨ ਵੀਰ ਹਕੀਕਤ ਰਾਏ, ਧੰਨ ਭਾਈ ਵਿਸ਼ਨ ਸਿੰਘ ਜੀ। ਬੜੇ ਐਸੇ ਛੋਟੀ ਉਮਰ ਦੇ ਵਿੱਚ ਸ਼ਹੀਦ ਵੀ ਹੋਏ ਨੇ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ। ਸਭ ਤੋਂ ਛੋਟੀ ਉਮਰ ਦਾ ਸੀ ਵੀਰ ਹਕੀਕਤ ਰਾਏ, ਜਿਹੜਾ ਸ਼ਹੀਦੀ ਪ੍ਰਾਪਤ ਕਰ ਗਿਆ ਕੌਮ ਦੇ ਬਦਲੇ। ਤੇ ਸਭ ਤੋਂ ਛੋਟੀ ਉਮਰ ਦਾ ਸੀ ਭਾਈ ਵਿਸ਼ਨ ਸਿੰਘ ਜੀ। ਜਦੋਂ ਆ ਮਲੇਰਕੋਟਲਾ ਆਪਣੇ ਨੇੜੇ ਪੈ ਜਾਂਦੇ, ਮਲੇਰਕੋਟਲੇ ਦੀ ਧਰਤੀ ਦੇ ਵਿੱਚ ਜਦੋਂ 60,000 ਕੂਕਿਆਂ ਨੂੰ ਸ਼ਹੀਦ ਕੀਤਾ, 60,000 ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ। 60,000 ਕੂਕਿਆਂ ਨੂੰ ਤੋਪਾਂ ਦੇ ਅੱਗੇ ਖੜਾ ਕੇ ਉਡਾਇਆ ਗਿਆ। ਉਹਦਾ ਕਸੂਰ ਕੀ ਸੀ ਉਹਨਾਂ ਦਾ? ਅੰਮ੍ਰਿਤਸਰ ਉਹਨਾਂ ਨੇ, ਅੰਗਰੇਜ਼ਾਂ ਨੇ ਬੁੱਚੜਖਾਨਾ ਖੋਲ੍ਹ ਲਿਆ ਸੀ। ਉਸ ਬੁੱਚੜਖਾਨੇ ਦਾ ਕਿਸੇ ਨੇ ਵੀ ਵਿਰੋਧ ਨਾ ਕਰਿਆ, ਕੇਵਲ ਤੇ ਕੇਵਲ ਇੱਕ ਜਿਹੜੇ ਨਾਮਧਾਰੀਏ ਸੀ, ਜਿਹਨੂੰ ਨਾਮਧਾਰੀ ਕਿਹਾ ਜਾਂਦਾ, ਕੂਕੇ, ਬਾਬਾ ਰਾਮ ਸਿੰਘ ਜੀ, ਬਾਬਾ ਬਾਲਕ ਸਿੰਘ ਜੀ, ਬਾਬਾ ਜਗਜੀਤ ਸਿੰਘ ਜੀ, ਅੱਜ ਭਾਈ ਉਦੈ ਸਿੰਘ ਜੀ ਜੋ ਮੌਜੂਦਾ ਉਹਨਾਂ ਦੇ ਮੁਖੀ ਹਨ, ਉਹਨਾਂ ਨੇ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਇਸ ਗੱਲ ਦਾ ਵਿਰੋਧ ਕਰਿਆ ਜਾ ਕੇ ਅੰਮ੍ਰਿਤਸਰ ਧਰਤੀ। ਅੰਗਰੇਜ਼ਾਂ ਨੂੰ ਕਹਿਣ ਲੱਗੇ ਸਾਡੇ ਗੁਰੂ ਪੀਰਾਂ ਦੀ ਧਰਤੀ ਹੈ, ਇੱਥੇ ਬੁੱਚੜਖਾਨਾ ਸੀ ਖੋਲ੍ਹਣ ਨਹੀਂ ਦਿੰਦੇ। ਅੰਗਰੇਜ਼ ਸਰਕਾਰ ਸੀ, ਉਹਨਾਂ ਕੋਲ ਹਕੂਮਤ ਸੀ, ਉਹਨਾਂ ਨੇ ਬੜਾ ਡਰਾਇਆ ਧਮਕਾਇਆ। ਜਦੋਂ ਨਾ ਉਹਨਾਂ ਨੇ ਇਹ ਬੁੱਚੜਖਾਨਾ ਬੰਦ ਕਰਿਆ ਤਾਂ ਫਿਰ ਕੂਕਿਆਂ ਨੇ ਉਸ ਬੁੱਚੜਖਾਨੇ ਦੇ ਗੇਟ ਸੀ ਜਿਹੜੇ ਸਾਰੇ ਖੋਲ੍ਹ ਦਿੱਤੇ, ਗਊਆਂ ਕੱਢ ਦਿੱਤੀਆਂ ਬਾਹਰ, ਗਊਆਂ ਭੱਜ ਗਈਆਂ, ਆਜ਼ਾਦ ਕਰਾ ਦਿੱਤੀਆਂ। ਕਹਿਣ ਤੋਂ ਭਾਵ ਅੰਗਰੇਜ਼ਾਂ ਨੇ ਹੁਕਮ ਕਰਤਾ ਜਿੱਥੇ ਵੀ ਕੋਈ ਕੂਕਾ ਦਿੰਦਾ ਉਹਨੂੰ ਮਾਰ ਕੇ ਗੋਲੀ ਬਸ ਮਾਰ ਦਿਓ ਨਾਲ ਦੀ ਨਾਲ। ਫਿਰ ਅੰਦੋਲਨ ਚੱਲਿਆ ਉਹਨਾਂ ਦਾ, ਇਕੱਠੇ ਹੋ ਕੇ ਆ ਗਏ ਸਾਰੇ ਮਲੇਰਕੋਟਲੇ ਦੀ ਧਰਤੀ ਦੇ ਉੱਤੇ। ਫਿਰ ਇਸ ਤਰ੍ਹਾਂ ਤੋਪ ਦੇ ਅੱਗੇ ਖੜਾ ਕੇ ਉਹ ਗੋਲਾ ਚਲਾ ਦਿੰਦੇ ਨੇ, ਉਡਾ ਦਿੰਦੇ ਨੇ, ਚੀਥਰੇ ਚੀਥਰੇ ਤਾਹਾਂ ਤੱਕ ਉੱਡ ਜਾਂਦਾ ਹੈ, ਵਕਤੇ ਅਖੀਰ ਸ਼ਹੀਦ ਹੋ ਜਾਂਦਾ ਹੈ। ਉਹਨਾਂ ਦੇ ਵਿੱਚ ਸੀ ਇੱਕ ਛੋਟੀ ਉਮਰ ਦਾ, ਸਭ ਤੋਂ ਛੋਟੀ ਉਮਰ ਦਾ ਸੀ, ਉਹਦਾ ਨਾਂ ਸੀ ਭਾਈ ਵਿਸ਼ਨ ਸਿੰਘ ਜੀ। ਜਦੋਂ ਉਹ ਅੰਗਰੇਜ਼ਾਂ ਦੇ ਸਾਹਮਣੇ ਆਇਆ, ਅੰਗਰੇਜ਼ਾਂ ਨੇ ਦੇਖਿਆ ਇਹ ਤਾਂ ਬੱਚਾ ਹੈ, ਇਹ ਤਾਂ ਊਂ ਨਾਲ ਆ ਗਿਆ, ਹੁਣ ਤੂੰ ਪੁੱਤਰਾ ਚੱਲ ਘਰੇ, ਤੇਰਾ ਕੰਮ ਨਹੀਂ ਏ। ਉਸ ਬੱਚੇ ਨੇ ਆਖਿਆ ਮੇਰਾ ਪਿਤਾ, ਮੇਰੀ ਮਾਂ, ਮੇਰੇ ਭੈਣ ਭਰਾ ਸਾਰੇ ਇਸ ਸ਼ਹੀਦੀਆਂ ਦੇ ਵਿੱਚ ਨੇ, ਤੁਸੀਂ ਕਹਿੰਦੇ ਤੂੰ ਚਲਿਆ ਜਾ, ਮੈਂ ਨਹੀਂ ਜਾਣਾ, ਹਾਂ ਮੈਂ ਸ਼ਹੀਦੀ ਪਾਉਣ। ਉਹ ਕਹਿਣ ਲੱਗੇ ਸਾਹਮਣੇ ਦੇਖ ਕੀ ਹਾਲ ਹੋਇਆ ਪਿਆ, ਕਈਆਂ ਦੀਆਂ ਤਾਂ ਬੋਟੀਆਂ ਉੱਡ ਗਈਆਂ ਆਕਾਸ਼ ਦੇ ਵਿੱਚ। ਉਹ ਕਹਿੰਦਾ ਮੈਂ ਵੀ ਇਹੀ ਚਾਹੁੰਦਾ, ਮੇਰੀਆਂ ਵੀ ਬੋਟੀਆਂ ਉੱਡ ਜਾਣ। ਜਦੋਂ ਚਲੋ ਸਾਹਮਣੇ ਉਹ ਜਥਾ ਖੜਿਆ ਸਿੱਖਾਂ ਦਾ, ਜਦੋਂ ਤੋਪ ਦੇ ਸਾਹਮਣੇ ਭਾਈ ਵਿਸ਼ਨ ਸਿੰਘ ਨਾ ਆਇਆ, ਅੰਗਰੇਜ਼ ਨੇ ਫਿਰ ਮਾਫ ਕਰਤਾ, ਪੁੱਤਰਾ ਤੂੰ ਜਾ, ਤੂੰ ਤੋਪ ਦੇ ਮੂਹਰੇ ਹੀ ਨਹੀਂ ਆ ਰਿਹਾ ਜਿਹਦੇ ਨਾਲ ਅਸੀਂ ਤੈਨੂੰ ਮਾਰ ਰਹੇ ਨਾ, ਓਏ ਉਸ ਤੋਪ ਦੇ ਸਾਹਮਣੇ ਤੂੰ ਆ ਰਿਹਾ, ਤੂੰ ਤਾਂ ਬਹੁਤ ਛੋਟਾ ਰਹਿ ਜਾਣਾ, ਤੋਪ ਦਾ ਮੂੰਹ ਤਾਹਾਂ ਰਹਿ ਜਾਂਦਾ। ਭਾਈ ਵਿਸ਼ਨ ਸਿੰਘ ਕਹਿਣ ਲੱਗਾ ਅੱਛਾ ਮੈਂ ਮੂਹਰੇ ਨਹੀਂ ਆ ਰਿਹਾ ਤਾਂ ਨਹੀਂ ਤੁਸੀਂ ਮੈਨੂੰ ਸ਼ਹੀਦ ਕਰਦੇ? ਕਹਿੰਦੇ ਹਾਂ। ਗਿਆ ਭੱਜ ਕੇ ਇੱਟਾਂ ਚੱਕ ਲਿਆ, 1 2 3 4 5 6 ਐ 7 8 ਇੱਟਾਂ ਦਾ ਚੱਠਾ ਲਾ ਕੇ ਉੱਤੇ ਖੜ ਗਿਆ ਭਾਈ ਵਿਸ਼ਨ ਸਿੰਘ ਜੀ। ਜਦੋਂ ਉਹਦੇ ਉੱਤੇ ਖੜਿਆ ਕਹਿੰਦੇ ਲੈ ਹੁਣ ਦੇਖੋ ਤੋਪ ਦਾ ਮੂੰਹ ਮੇਰੇ ਕੰਨੀ ਆਉਂਦਾ। ਕਹਿੰਦੇ ਧੰਨ ਆ ਉਹ ਜਜ਼ਬਾ ਇਹਨਾਂ ਸਿੱਖਾਂ ਦਾ, ਇਹ ਇਸ ਕੌਮ ਨੂੰ ਕੋਈ ਖਤਮ ਕਰਨ ਵਾਲਾ ਨਹੀਂ ਹੈ। ਕਿਉਂਕਿ ਤਾਂ ਉਦੋਂ ਜ਼ਕਰੀਆ ਖਾਨ ਵੇਲੇ ਨਹੀਂ ਮੁੱਕੀ, ਔਰੰਗਜ਼ੇਬ ਵੇਲੇ ਨਹੀਂ ਮੁੱਕੀ, ਜਦੋਂ ਇੱਕ ਸਿੱਖ ਨੂੰ ਫੜ ਕੇ ਲਿਆਉਣ ਵਾਲੇ ਨੂੰ 50 ਮੋਹਰਾਂ, 10 ਪਾਉਣ ਵਾਲੇ ਨੂੰ 25 ਮੋਹਰਾਂ, ਤੇ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਸੀ ਉਹਨੂੰ 100 100 ਸੋਨੇ ਦੀ ਮੋਹਰ ਦਿੱਤੀ ਜਾਂਦੀ ਸੀ।
ਉਦੋਂ ਜਿਹੜੇ ਇਹੋ ਜਿਹੇ ਲਾਲਚੀ ਸੀ ਉਹ ਫਿਰ ਪਏ ਜੰਗਾਂ ਨਾਲ ਤੁਰ ਪਏ। ਕਈ 10 ਪਾ ਦਿੰਦੇ ਨੇ, ਕਈ ਸਿੱਖ ਨੂੰ ਫੜ ਕੇ ਲਿਆਉਂਦੇ ਨੇ, ਕਈ ਸਿੱਖ ਦਾ ਸਿਰ ਵੱਢ ਲਿਆਉਂਦੇ ਨੇ ਪੈਸੇ ਦੇ ਪਿੱਛੇ। 4 ਟਕਿਆਂ ਦੇ ਬਦਲੇ ਉਹਨਾਂ ਨੇ ਆਪਣੀ ਜ਼ਮੀਰ ਵੇਚ ਦਿੱਤੀ। ਪਰ ਮਹਾਰਾਜ ਜੀ ਕਹਿੰਦੇ ਤਾਂ ਕੌਮ ਇਹੋ ਜੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਿੱਤਰ ਸੀਸ ਦਾ 500 ਮੋਹਰ ਮੁੱਲ ਪਾਇਆ ਗਿਆ ਸੀ। ਮਹਾਰਾਜ ਜੀ ਕਹਿੰਦੇ ਤਾਂ ਇਹ ਜੀ ਅੱਜ ਵੀ ਨੇ। ਮਰ ਜੀਵੜੇ ਜਿਹੜੇ ਐਸੇ ਨੇ ਅੱਜ ਵੀ ਹੈ, ਐਸੀ ਗੱਲ ਨਹੀਂ ਵੀ ਸਮਾਪਤ ਹੋ ਗਏ। ਜਦੋਂ ਭਾਈ ਬਿਸ਼ਨ ਸਿੰਘ ਨੂੰ ਤੋਪ ਦੇ ਅੱਗੇ ਖੜਾਇਆ ਗਿਆ, ਕਹਿੰਦੇ ਹਾਂ ਹੁਣ ਤੇਰੀ ਛਾਤੀ ਜਮਾ ਐ ਸਿੱਧੀ ਆਉਂਦੀ ਹੈ। ਕਹਿੰਦੇ ਚਲਾ ਦਿਓ, ਫਿਰ ਆਪਣਾ ਕੰਮ ਕਰ ਦਿਓ ਤੁਸੀਂ। ਤੋਪ ਚਲਾਈ ਗਈ, ਉਹਨੇ ਆਪਣਾ ਕੰਮ ਕਰਤਾ। ਭਾਈ ਬਿਸ਼ਨ ਸਿੰਘ ਦੀਆਂ ਬੋਟੀਆਂ ਬੋਟੀਆਂ ਆਕਾਸ਼ ਦੇ ਵਿੱਚ ਉੱਡ ਗਈਆਂ, ਪਰ ਫਿਰ ਵੀ ਉਹਨਾਂ ਬੋਟੀਆਂ ਦੇ ਵਿੱਚ ਇੱਕੋ ਹੀ ਆਵਾਜ਼ ਆ ਰਹੀ ਸੀ, ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਤਾਈ ਤਾਂ ਫਿਰ ਰੱਬ ਦੇ ਫਕੀਰਾਂ ਨੇ ਲਿਖਿਆ ਉਹ ਕੀ ਕਹਿੰਦੇ ਜੀ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਹੋਰ ਅੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਮਹਾਰਾਜ ਜੀ ਕਹਿੰਦੇ ਮੋਹੇ ਮਰਨੇ ਕਾ ਚੋ। ਮੈਂ ਅਰਜ ਕਰਿਆ ਸੀ ਕਿੱਥੋਂ ਮੈਂ ਸ਼ੁਰੂ ਕਰਿਆ ਵੀ ਮਾਤਾ ਪਿਤਾ ਆਪਣੇ ਬੱਚੇ ਨੂੰ ਕਿੰਨੇ ਪਿਆਰ ਨਾਲ ਪਾਲਦੇ। ਵਿਦਵਾਨ ਲਿਖਦਾ ਹੈ, ਉਹ ਕਹਿੰਦਾ ਮਾਤਾ ਪਿਤਾ ਜੇ ਚੰਗੇ ਖਿਆਲਾਂ ਦੇ ਨੇ ਉਹਨਾਂ ਦੇ ਪੁੱਤਰ ਚੰਗੇ ਖਿਆਲਾਂ ਦੇ ਜ਼ਰੂਰ ਬਣਨਗੇ। ਜਨਨੀ ਜਨੈ ਤੋ ਭਗਤ ਜਨ ਕਹਿ ਦਾਤਾ ਕਹਿ ਸੂਰ। ਨਹੀਂ ਤੋ ਜਨਨੀ ਬਾਝ ਰਹਿ ਕਾਹੇ ਗਵਾਵੈ ਨੂਰ। ਕਈ ਥਾਂ ਤੇ ਤਾਂ ਇਹ ਵੇਖਣ ਵਿੱਚ ਮਿਲਿਆ ਚੰਗੇ ਮਾਤਾ ਪਿਤਾ ਹੁੰਦੇ ਨੇ, ਉਹਨਾਂ ਦੀ ਲਾਦ ਨਹੀਂ ਚੰਗੀ ਹੁੰਦੀ, ਉਹਨਾਂ ਦੇ ਸੰਸਕਾਰ ਚੰਗੇ ਨਹੀਂ ਹੁੰਦੇ। ਕਈ ਧੀ ਪੁੱਤਰ ਚੰਗੇ ਹੁੰਦੇ ਨੇ, ਉਹਨਾਂ ਦੇ ਮਾਂ-ਬਾਪ ਨਹੀਂ ਚੰਗੇ ਹੁੰਦੇ, ਉਹਨਾਂ ਦੇ ਸੰਸਕਾਰ ਚੰਗੇ ਨਹੀਂ ਹੁੰਦੇ, ਆਪਸ ਵਿੱਚ ਮੇਲ ਹੀ ਨਹੀਂ ਹੁੰਦਾ। ਪਰ ਸਤਿਗੁਰੂ ਜੀ ਕਹਿੰਦੇ ਵਿਨਾਸ਼ ਨਹੀਂ ਹੈ। ਅੱਜ ਉਹਨਾਂ ਦਾ ਇਤਿਹਾਸ ਗਾਇਆ ਜਾਂਦਾ ਹੈ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਅੰਨੀ ਮਾਂ ਤੇ ਅੰਨੇ ਬਾਪ ਨੂੰ ਚੱਕ ਕੇ ਸਰਵਣ ਕੁਮਾਰ ਨੇ 68 ਤੀਰਥਾਂ ਤੇ ਇਸ਼ਨਾਨ ਕਰਾ ਦਿੱਤਾ। ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਪਿਤਾ ਦੇ ਵੀ ਖਿਆਲ ਚੰਗੇ ਤੇ ਉਸ ਪੁੱਤਰ ਦੇ ਵੀ ਖਿਆਲ ਚੰਗੇ। ਚਮਕੌਰ ਦੀ ਗੜੀ ਦੇ ਵਿੱਚ 9 ਪੋਹ ਦੇ ਦਿਨ ਨੂੰ ਜੰਗ ਕਰਕੇ ਸਾਹਮਣੇ ਸ਼ਹੀਦ ਹੋ ਗਿਆ ਤੇ ਪਿਤਾ ਦੇ ਇੰਨੇ ਖਿਆਲ ਚੰਗੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨਾ ਚਲਣ ਉੱਚਾ ਉਸ ਪਿਤਾ ਦੇ ਉੱਤੇ ਕਿਰਨਾਂ ਪਈਆਂ ਤੇ ਜੰਗ ਦੇ ਵਿੱਚ ਸ਼ਹੀਦ ਹੋ ਗਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ, ਸੰਗਤ ਆਉਂਦੀ ਹੈ ਰੋਜ਼ ਮਹਾਰਾਜ ਜੀ ਕੋਲੇ, ਦੀਵਾਨ ਸਜਦਾ ਹੈ,
ਸੱਚੇ ਪਾਤਸ਼ਾਹ ਮਹਾਰਾਜ ਸਭ ਨੂੰ ਉਪਦੇਸ਼ ਦਿੰਦੇ ਨੇ, ਸਾਂਝਾ ਉਪਦੇਸ਼ ਕਰਦੇ ਨੇ। ਜਿਹੜਾ ਵੀ ਇੱਕ ਵਾਰੀ ਆ ਗਿਆ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ, ਉਹ ਗੁਰੂ ਨਾਨਕ ਦਾ ਹੀ ਹੋ ਕੇ ਰਹਿ ਜਾਂਦਾ ਹੈ। ਇੱਕ ਨੌਜਵਾਨ ਬੱਚਾ ਉਹ ਵੀ ਆਉਂਦਾ ਹੈ, ਆਪਣੇ ਘਰ ਦੇ ਵਿੱਚੋਂ ਚੰਗੇ ਖਿਆਲ ਨੇ, ਉਹ ਵੀ ਰੋਜ਼ ਆ ਕੇ ਮਹਾਰਾਜ ਦੀ ਸੰਗਤ ਕਰਦਾ ਹੈ, ਤੇ ਉਹਨੂੰ ਇੰਨਾ ਰੰਗ ਚੜ ਗਿਆ। ਦੋ ਰੰਗ ਹੈ, ਇੱਕ ਤਾਂ ਦੁਨੀਆ ਦਾ ਦੁਨਿਆਵੀ ਰੰਗ ਹੈ, ਇੱਕ ਪਰਮਾਤਮਾ ਦੇ ਘਰ ਦਾ ਰੰਗ ਹੈ। ਉਹ ਕਿਹੜਾ? ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ। ਇੱਕ ਪਰਮਾਤਮਾ ਦੇ ਘਰ ਦਾ ਰੰਗ ਐਸਾ, ਜਦੋਂ ਲੱਗ ਗਿਆ ਉਤਰਦਾ ਨਹੀਂ ਫਿਰ ਉਹ ਮੁੜ ਕੇ। ਜਦੋਂ ਇੱਕ ਵਾਰੀ ਰੱਬ ਦੇ ਘਰ ਦਾ ਰੰਗ ਲੱਗ ਗਿਆ ਨਾ, ਇਹ ਰੰਗ ਉਤਾਰਨ ਵਾਸਤੇ ਖੋਪਰੀਆਂ ਲਾ ਦਿੱਤੀਆਂ ਵੀ ਤੁਹਾਡਾ ਰੰਗ ਉਤਾਰ ਦਿਆਂਗੇ। ਇਹ ਰੰਗ ਉਤਾਰਨ ਵਾਸਤੇ ਬੰਦ ਕੱਟ ਦਿੱਤਾ। ਇਹ ਰੰਗ ਲਾਉਣ ਵਾਸਤੇ ਦੋ ਸਾਹਿਬਜ਼ਾਦਿਆਂ ਨੂੰ ਜਿਹੜਾ ਨਾ ਉੱਥੇ ਚਮਕੌਰ ਦੀ ਗੜੀ ਵਿੱਚ, ਤੇ ਦੋ ਛੋਟਿਆਂ ਨੂੰ ਸਰਹੰਦ ਦੀ ਕੰਧ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਤੁਹਾਡੀ ਸਿੱਖੀ ਅਸੀਂ ਦੇਖਣੀ ਹੈ। ਪਰ ਅੱਗੇ ਗੋਡੇ ਨਹੀਂ ਟੇਕੇ। ਰੰਗ ਗੂੜਾ ਹੁੰਦਾ ਗਿਆ, ਗੂੜਾ ਰੰਗ। ਇੱਕ ਹੁੰਦਾ ਰੰਗ ਕੱਚਾ, ਬਸਤਰ ਨੂੰ ਕੱਚਾ ਰੰਗ ਹੁੰਦਾ। ਉਹ ਕਹਿ ਕੇ ਦੁਕਾਨਾਂ ਵਾਲੇ ਲੈਟ ਜੀ ਦੇ ਥੱਲੇ ਕੱਪੜਾ ਕਰਕੇ ਦੇਖ ਲੈਣਗੇ ਵੀ ਬੜਾ ਚਮਕਦਾ ਹੈ। ਆਪਾਂ ਵੀ ਚਮਕਦੀ ਚੀਜ਼ ਨੂੰ ਅਸੀਂ ਭੱਜ ਕੇ ਲੈਂਦੇ ਵੀ ਹਾਂ ਇਹ ਦੇ ਰੰਗ ਵਧੀਆ। ਆ ਕੇ ਉਹਨੂੰ ਇੱਕ ਵਾਰੀ ਪਾ ਕੇ ਤੇ ਦੂਜੀ ਵਾਰੀ ਬਾਲਟੀ 'ਚ ਪਾ ਦਿਓ, ਪਾਣੀ ਪਾ ਕੇ ਸਾਰਾ ਰੰਗ ਨਿਕਲ ਜਾਂਦਾ ਹੈ। ਉਹ ਫਿਰ ਹੋਰ ਹੀ ਲੋਟਦਾ ਹੋ ਜਾਂਦਾ, ਗਿੱਦੜ ਰੰਗਾ ਜਾਂ ਨਾ ਪਾਉਣ ਨੂੰ ਜੀ ਕਰੇ ਨਾ। ਮਰਜੀ ਕਹਿੰਦੇ ਐਸਾ ਨਹੀਂ, ਇੱਕ ਰੰਗ ਹੈ ਪੱਕਾ, ਭਾਵੇਂ ਉਹ ਤੇ ਜਿੰਨੀਆਂ ਮਰਜੀ ਥਾਪੀਆਂ ਮਾਰੀ ਜਾਓ, ਤੱਤੇ ਪਾਣੀ 'ਚ ਪਾ ਦਿਓ, ਜਿਵੇਂ ਮਰਜੀ ਕਰ ਦਿਓ, ਉਹ ਹੈ ਪੱਕਾ ਰੰਗ। ਤੇ ਕੱਚਾ ਰੰਗ ਕਿਹੋ ਜਿਹਾ ਹੈ? ਕੱਚਾ ਰੰਗ ਕੁਸੁੰਭਕਾ ਥੋਰਣਿਆ ਦਿਨ ਚਾਰ। ਕਹਿੰਦੇ ਉਹ 4 ਦਿਨਾਂ ਦੀ ਹੈ। ਇੱਕ ਹੈ ਪੱਕਾ ਰੰਗ, ਜਿਹੜਾ ਪੱਕਾ ਰੰਗ ਚੜ ਗਿਆ ਉਹ ਮੁੜ ਕੇ ਉਤਰਦਾ ਨਹੀਂ। ਹੁਣ ਮਹਾਰਾਜ ਦੇ ਚਲਣਾ ਵਿੱਚ ਰੋਜ਼ ਆਉਂਦੀ ਹੈ, ਸੰਗਤ ਵੀ ਆਉਂਦੀ ਹੈ, ਉਹ ਨੌਜਵਾਨ ਬੱਚਾ ਵੀ ਆਉਂਦਾ। ਘਰਦਿਆਂ ਨੇ ਕਿਹਾ ਚਲੋ ਕੱਲ ਨੂੰ ਮੁੜ ਆਊਗਾ। ਅਗਲੇ ਦਿਨ ਕਿਹਾ ਐਂ ਕਰਿਆ ਕਰ, ਮਾੜਾ ਮੋਟਾ ਕੰਮ ਵੀ ਕਰ ਲਿਆ ਕਰ, ਤੂੰ ਸਾਰਾ ਦਿਨ ਹੀ ਜਿਹੜਾ ਨਾ ਉਹ ਸਾਧਾ ਸੰਤਾਂ ਦੇ ਮਗਰ ਫਿਰੀ ਜਾਂਦਾ। ਪਤਾ ਨਹੀਂ ਤੈਨੂੰ ਕੀ ਇਹ ਜਿਹਾ ਸੰਘਾਤਾ ਉਹਨਾਂ ਨੇ, ਉਧਰ ਨੂੰ ਮੂੰਹ ਕਰਕੇ ਤੁਰ ਪੈਂਦੇ। ਪਹਿਲੀ ਗੱਲ ਤਾਂ ਕੋਈ ਤੁਰਦਾ ਹੀ ਨਹੀਂ ਹੈ। ਜੇ ਤੁਰ ਵੀ ਪਵੇ 100 ਬੰਦੇ ਚੋਂ ਇੱਕ ਤੁਰ ਪਏ ਨਾ ਤਾਂ 99 ਲੱਤਾਂ ਖਿੱਚਣ ਵਾਲੇ ਹੁੰਦੇ ਨੇ। ਇਹ ਵੱਡਾ ਹੁਣ ਬਾਬਾ ਬਣ ਗਿਆ, ਇਹ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਇਸ ਤਰੀਆਂ ਗੱਲਾਂ ਜਦੋਂ ਇੱਕ ਅੱਧੀ ਗੱਲ ਕੋਈ ਲਾਗੀ ਮਨ ਨੂੰ, ਛੱਡ ਪਰ ਮੈਂ ਕੀ ਲੈਣਾ ਜਾ ਕੇ। ਪਰ ਕਈ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ, ਭਾਵ ਇਹ ਜੇ ਕਿਸੇ ਨੇ ਕਹਿਤਾ ਕੋਈ ਨਹੀਂ ਯਾਰ ਮੈਨੂੰ ਕੀ ਲੱਗਦਾ, ਫਿਰ ਜੇ ਕਹਿਤੀ ਤਾਂ, ਜੇ ਅਗਲੇ ਨੇ ਕਹਿਤਾ ਇਹ ਹੁੰਦਾ ਕੌਣ ਹੈ ਮੈਨੂੰ ਕਹਿਣ ਵਾਲਾ, ਲਿਆ ਫੜਾ ਕਹਾੜੀਏ ਦਾ ਸਿਰ ਪਾੜੀਏ। ਹੁਣ ਮਰਜੀ ਕਹਿੰਦੇ ਫਿਰ ਤਾਂ ਫਰਕ ਹੀ ਨਹੀਂ ਕੋਈ ਰਿਹਾ। ਇਸ ਤੋਂ ਉੱਪਰ ਉੱਠ ਕੇ ਇੱਧਰ ਦੀ ਪਾ ਕੇ, ਜਿਵੇਂ ਸਾਡੇ ਸਿਆਣੇ ਪੁਰਸ਼ ਕਹਿੰਦੇ ਇੱਧਰ ਦੀ ਪਾ ਕੇ ਕੱਢ ਦਿਓ, ਕੋਈ ਨਹੀਂ ਇਹ ਤਾਂ ਕਹਿੰਦੇ ਹੁੰਦੇ ਨੇ ਲੋਕ ਦੁਨੀਆ ਦੇ। ਹੁਣ ਉਹ ਮਾਂ ਬਾਪ ਕਹਿੰਦੇ ਨੇ, ਕਹਿੰਦੇ ਤੂੰ ਸਾਰਾ ਦਿਨ ਹੀ ਤੁਰਿਆ ਰਹਿਣਾ, ਪਤਾ ਨਹੀਂ ਕਿਹੋ ਜਿਹੇ ਸਾਧ ਨੇ, ਪਤਾ ਨਹੀਂ ਤੈਨੂੰ ਕੀ ਬੂਟੀ ਸੰਘਾਤੀ ਉਹਨਾਂ ਨੇ, ਉੱਥੇ ਹੀ ਰਹਿਣਾ ਤੂੰ, ਮੁੜ ਕੇ ਆਇਆ ਕਰ ਵਾਪਸ, ਆ ਜਾ ਕਰੇ, ਆ ਕੇ ਚੌਂਕੜਾ ਮਾਰ ਕੇ ਬੈਠਾ ਰਿਹਾ ਕਰੇ, ਕੋਈ ਗੱਲ ਹੀ ਨਾ ਸੁਣਿਆ ਕਰੇ। ਤੇ ਫਿਰ ਉਹ ਪੁੱਤਰ ਵੀ ਜਾ ਕੇ ਕਿਹਾ ਕਰੇ ਸੱਚੇ ਪਾਤਸ਼ਾਹ ਮੇਰੀ ਮਾਂ ਤੇ ਮੇਰਾ ਪਿਓ ਮੇਰਾ ਬਹੁਤਾ ਪਿਆਰ ਕਰਦੇ ਨੇ। ਮਰ ਕਹਿਣ ਲੱਗੇ ਸਹੀ ਗੱਲ ਹੈ, ਠੀਕ ਹੈ, ਤੂੰ ਕਲੋਤਾ ਪੁੱਤਰ ਹੈ, ਕਰਨਾ ਵੀ ਚਾਹੀਦਾ ਪੁੱਤਰਾ, ਮਾਂ ਬਾਪ ਦਾ ਫਰਜ਼ ਬਣਦਾ, ਤੇਰਾ ਵੀ ਫਰਜ਼ ਬਣਦਾ ਉਹਨਾਂ ਦਾ ਪਿਆਰ ਕਰਨਾ। ਪਰ ਉਹ ਕਹਿੰਦਾ ਜੀ ਨਹੀਂ, ਮੇਰੇ ਘਰ ਵਾਲੀ, ਮੇਰੀ ਮਾਂ, ਮੇਰਾ ਪਿਤਾ, ਮੇਰੀਆਂ ਭੈਣਾਂ ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਉਹ ਮੈਨੂੰ ਬੜਾ ਵਰਜਦੇ, ਪਰ ਮੈਂ ਉਹਨਾਂ ਤੋਂ ਬਚ ਕੇ ਨਿਕਲਿਆ ਉਹਨਾਂ ਹੁੰਨਾ। ਮਹਾਰਾਜ ਕਹਿਣ ਲੱਗੇ, ਉਹ ਘਰ ਦੇ ਕਹਿਣ ਲੱਗੇ ਵੀ ਤੇਰੇ ਆ ਜਦੋਂ ਤੂੰ ਚਲੇ ਜਾਣਾ ਨੇ ਤੇਰੇ ਕੰਮ ਕੁਮ ਸਾਰੇ ਇੱਥੇ ਹੀ ਰਹਿ ਜਾਂਦੇ ਨੇ, ਤੂੰ ਕੰਮ ਧੰਦਾ ਤਾਂ ਕੋਈ ਕਰਿਆ ਕਰ ਆ ਕੇ। ਤੈਨੂੰ ਇਹ ਤਾਂ ਨਹੀਂ ਕਹਿੰਦੇ ਬਾਬੇ ਵੀ ਤੂੰ ਕੰਮ ਛੱਡ ਦੇ, ਕਹਿੰਦਾ ਨਹੀਂ ਇਹ ਤਾਂ ਨਹੀਂ ਕਹਿੰਦੇ। ਚਲੋ ਨਾ ਹਟਿਆ ਬੱਚਾ, ਕੰਮ ਉਮੀ ਪਿਆ ਰਿਹਾ ਕਰੇ, ਕਿਉਂਕਿ ਜਗ ਸੰਸਾਰ ਦੇ ਵਿੱਚ ਦੋ ਹੀ ਰਸਤੇ ਨੇ ਨਾ, ਇੱਕ ਇੱਧਰਲਾ ਜਗ ਸੰਸਾਰ ਦਾ, ਇੱਕ ਪਰਮਾਤਮਾ ਦੇ ਮਾਰਗ ਦਾ। ਪਰ ਮਹਾਰਾਜ ਕਹਿੰਦੇ ਕੰਮ ਨਹੀਂ ਛੱਡਣਾ, ਜੇ ਤੂੰ ਕੰਮ ਛੱਡੇਗਾ ਫਿਰ ਤਾਂ ਘਰ ਵਿੱਚ ਕਲੇਸ਼ ਬਣੂਗਾ ਹੀ ਬਣੂਗਾ। ਕੰਮ ਨਹੀਂ ਛੱਡਣਾ, ਕੰਮ ਕਰ, ਕਹੀ ਚਲਾ ਤੇ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਚੱਲ। ਹੋਰ ਕੁਝ ਵੀ ਕਰਦਾ, ਦਫ਼ਤਰ ਵਿੱਚ ਬੈਠਾ ਕੁਰਸੀ ਤੇ, ਜਦੋਂ ਕੋਈ ਨਹੀਂ ਕੰਮ ਵਾਲਾ ਆਉਂਦਾ ਉਦੋਂ ਵਾਹਿਗੁਰੂ ਵਾਹਿਗੁਰੂ ਕਰ ਲਾ, ਤੇਰਾ ਸਫਲ ਹੋ ਜਾਊਗਾ, ਉਹ ਕੰਮ ਵੀ ਤੇਰਾ ਸਫਲ ਹੋ ਜਾਊਗਾ। ਹੁਣ ਉਹ ਨਾ ਮੁੜਿਆ। ਮਾਂ ਨੇ ਕਿਹਾ ਚੱਲ ਫਿਰ ਅਸੀਂ ਚੱਲਦੇ ਹਾਂ, ਜੇ ਜਾ ਕੇ ਕਹਿੰਦੇ ਉਹ ਕਿਹੋ ਜਿਹੇ ਸਾਧ ਨੇ ਜਿਹੜੇ ਤੈਨੂੰ ਕੰਮ ਵੀ ਨਹੀਂ ਕਰਨ ਦਿੰਦੇ, ਸਾਰਾ ਦਿਨ ਉੱਥੇ ਬਿਠਾਈ ਰੱਖਦੇ ਨੇ,
ਤੇ ਮਾਂ ਨੇ ਪਿਆਰ ਵਿੱਚ ਆ ਕੇ ਆਖਿਆ, ਪੁੱਤਰਾ ਓਏ ਇਉਂ ਕਰਿਆ ਕਰ, ਤੂੰ ਮਹੀਨੇ ਖੰਡ ਬਾਅਦ ਕਿਤੇ ਜਾਇਆ ਕਰ, ਤੂੰ ਰੋਜ਼ ਨਹੀਂ ਜਾਈਦਾ ਹੁੰਦਾ। ਕਿਉਂ? ਆ ਕੰਮ ਰੁਕ ਜਾਂਦਾ। ਤੇਰੇ ਕਰਦੇ ਕੰਮ ਕਰ ਕੌਣ ਕਰੂ, ਕਰਦੇ ਕੰਮ ਕਰ ਕੌਣ ਕਰੂ, ਕਰਦੇ ਕੰਮ ਕਰ ਕੌਣ ਕਰੂ, ਤੇਰੇ ਕਰਦੇ ਕੰਮ ਕਰ ਕੌਣ ਕਰੂ, ਕਰਦੇ ਕੰਮ ਕਰ ਕੌਣ ਕਰੂ, ਤੇਰੇ ਕਰਦੇ ਕੰਮ ਕਰ ਕੌਣ ਕਰੂ। ਮਾਂ ਨੇ ਆਖਿਆ, ਪੁੱਤਰ ਤੂੰ ਤਾਂ ਜਾ ਵੜਦਾ, ਤੇ ਆ ਕੰਮ ਦੇਖ ਕਿੰਨਾ ਪਿਆ, ਤੇਰੇ ਸਾਰੇ ਤੂੰ ਹੀ ਕਰਨਾ, ਹੋਰ ਹੁਣ ਅਸੀਂ ਥੋੜੀ ਕਰਾਂਗੇ। ਤੇ ਮਾਂ ਨੇ ਤੇ ਪਿਤਾ ਨੇ, ਘਰ ਵਾਲੀ ਨੇ ਆਖਿਆ, ਮੈਂ ਤਾਂ ਆਪ ਬਹੁਤ ਵਰਜਦੀਆਂ, ਨਹੀਂ ਸੁਣਦਾ ਮੇਰੀ। ਤੇ ਮਾਂ ਨੇ ਫਿਰ ਆਖਿਆ, ਉਹ ਤੂੰ ਤਾਂ ਰਹਿ ਗਿਆ ਸਾਦਾ ਜੋਗਾ ਜੀ, ਤੇਰੇ ਕਰਦੇ ਕੰਮ ਕਰ ਕੌਣ ਕਰੂ, ਕਰਦੇ ਕੰਮ ਕਰ ਕੌਣ ਕਰੂ। ਰਹਿ ਗਿਆ ਸਾਦਾ ਜੋਗਾ, ਤੇਰੇ ਕਰਦੇ ਕੰਮ ਕਰ ਕੌਣ ਕਰੂ, ਤੇਰੇ ਕਰਦੇ ਕੰਮ ਕਰ ਕੌਣ ਕਰੂ। ਰਹਿ ਗਿਆ ਸਾਦਾ ਜੋਗਾ, ਤੇਰੇ ਕਰਦੇ ਕੰਮ ਕਰ ਕੌਣ ਕਰੂ, ਤੇਰੇ ਕਰਦੇ ਕੰਮ ਕਰ ਕੌਣ ਕਰੂ। ਮਹਾਰਾਜ ਜੀ ਕਹਿੰਦੇ, ਦੇਖੋ ਪ੍ਰੀਤ ਪਰਮਾਤਮਾ ਨਾਲ ਲਾਉਣੀ ਲੱਗ ਜਾਂਦੀ ਹੈ, ਪ੍ਰੀਤ ਐਸੀ ਗੱਲ ਨਹੀਂ, ਪਰ ਤੋੜਨ ਵਾਲੇ ਬਾਹਲੇ ਹੁੰਦੇ ਨੇ, ਜੋੜਨ ਵਾਲਾ ਤਾਂ ਇੱਕੋ ਹੀ ਹੁੰਦਾ। ਗੁਰਬਾਣੀ ਵਿੱਚ ਮਹਾਰਾਜ ਜੀ ਕਹਤਾ, ਕਹਿੰਦੇ ਜਿਹੜਾ ਜੋੜਦਾ ਉਹ ਕੌਣ ਹੈ, ਉਹ ਭਾਵੇਂ ਕਿਹੋ ਜਿਹੇ ਮਰਜ਼ੀ ਕੱਪੜੇ ਵਿੱਚ, ਉਹਨੂੰ ਕਹਿੰਦੇ ਨੇ ਜੋੜਨਹਾਰਾ ਸੰਤ ਨਾਨਕ ਬੱਦਰ ਬੱਦਰੋ। ਇਹ ਪ੍ਰਤੱਖ ਕਰ ਕਰਕੇ ਵੀ ਮੈਂ ਵੇਖਿਆ ਇਹ ਗੱਲਾਂ, ਵੀ ਜੋੜਨ ਵਾਲਾ ਟਿਕਾਉਣ ਵਾਲਾ ਗੱਲ ਭਾਵ ਕਹਿੰਦੇ, ਚਲੋ ਉਹ ਇੱਕ ਅੱਧਾ ਹੀ ਆਉਂਦਾ ਹੁੰਦਾ, ਇੱਕ ਅੱਧਾ, ਬਾਕੀ ਕਹਿੰਦੇ ਚੱਕ ਲਿਆ ਕਰ ਕਾੜੀ, ਕੋਈ ਗੱਲ ਨਹੀਂ, ਅਸੀਂ ਤੇਰੇ ਨਾਲ ਖੜੇ ਹਾਂ। ਜਦੋਂ ਫਿਰ ਵੱਜ ਗਈ, ਫਿਰ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀ ਇਹ ਗੱਲ ਦਾ, ਤਾਂ ਵੀ ਆ ਵੀ ਹੋ ਜੂਗੀ। ਮਹਾਰਾਜ ਜੀ ਕਹਿੰਦੇ ਫਿਰ ਗੁਰਬਾਣੀ ਦੇਖੋ, ਪੜ੍ਹਨ ਦੇ ਵਿੱਚ ਜਦੋਂ ਪੜਾਂਗੇ ਨਾ ਫਿਰ ਪਤਾ ਲੱਗੂ। ਮਹਾਰਾਜ ਜੀ ਕਹਿੰਦੇ, ਸੰਗ ਸਖਾ ਸਭ ਤਜ ਗਏ, ਕਉ ਨ ਨਵਹਿਓ ਸਾਥ ਸਾਥ। ਕਹਿੰਦੇ ਫਿਰ ਕੋਈ ਨਹੀਂ ਖੜਦਾ, ਨਹੀਂ ਨਾਲ ਹੱਲਾ ਸ਼ੇਰੀ ਕਿਰਾ ਦੇ ਦਿੰਦੇ ਨੇ। ਫਿਰ ਜੇ ਤਾਂ ਹੁਣ ਗੁਰਬਾਣੀ ਪੜਾਂਗੇ, ਉਹਦੇ ਤੇ ਅਮਲ ਕਰਾਂਗੇ, ਪਤਾ ਲੱਗ ਜੂ ਵੀ ਹਾਂ ਮਨਾ ਕੋਈ ਗੱਲ ਨਹੀਂ, ਖਾਸ ਵੱਡੀ ਗੱਲ ਨਹੀਂ ਹੁੰਦੀ। ਮਾਰ ਦੇਣਾ ਛੋਟਾ ਕੁਹਾੜਾ ਸਿਰ ਵਿੱਚ ਮਾਰ ਦੇਣਾ, ਇਹ ਤਾਂ ਬਹੁਤ ਸੌਖੀ ਗੱਲ ਹੈ, ਇਹ ਤਾਂ ਸਿਰਫ 1 ਸਕਿੰਟ ਦਾ ਹੀ ਕੰਮ ਹੈ। ਪਰ ਉਹ ਫਿਰ ਜਿਹੜਾ ਉਹ ਵਿਸਥਾਰ ਵੱਡਾ ਬਣ ਜਾਂਦਾ ਨਾ, ਫਿਰ ਉਹਨੂੰ ਦੇਖਣਾ ਚਾਹੀਦਾ। ਮਾਰਨੀ ਮਾਰ ਦੇਣਾ ਕੋਈ ਬਾਹਲੀ ਵੱਡੀ ਗੱਲ ਨਹੀਂ, ਉਹਨੂੰ ਸੰਭਾਲਣਾ ਉਦੋਂ ਔਖਾ ਹੋ ਜਾਂਦਾ। ਹੁਣ ਬਾਰ-ਬਾਰ ਮਾਂ ਸਮਝਾਉਂਦੀ ਆ, ਪੁੱਤਰਾ ਤੂੰ ਮੁੜਿਆ ਨਹੀਂ, ਨਹੀਂ ਮੈਂ ਨਹੀਂ ਮੁੜਦਾ ਹਾਂ। ਬਾਬਾ ਜੀ ਕੋਲੇ ਜਾ ਕੇ ਧੰਨ ਗੁਰੂ ਨਾਨਕ ਮਹਾਰਾਜ ਜੀ ਬੜਾ ਪਿਆਰ ਕਰਦੇ ਨੇ ਮੇਰੇ ਨਾਲ। ਕਹਿੰਦੇ ਚੰਗਾ ਤੈਨੂੰ ਦਿਖਾਈਏ? ਕਹਿੰਦੇ ਜੀ ਹਾਂ। ਚੱਲ ਐਂ ਕਰ, ਆ ਲੈ ਜਾ ਸਾਡੇ ਕੋਲ ਇੱਕ ਪੁੜੀ, ਮਾਂ ਦੇ ਸਾਹਮਣੇ ਬੈਠ ਕੇ ਨਾ ਉਹ ਪਾਣੀ ਚ ਘੋਲ ਕੇ ਪੀ ਲਈ, ਤੇਰੇ ਸਵਾਦ ਚੜ ਜਾਣਗੇ, ਤੂੰ ਪੈ ਜੀ, ਅਸੀਂ ਆ ਜਾਾਂਗੇ ਫਿਰ ਆਪੇ, ਫਿਰ ਤੈਨੂੰ ਦਿਖਾਵਾਂਗੇ, ਤੈਨੂੰ ਸੁਣੋ ਸਭ ਕੁਝ, ਪਤਾ ਤੈਨੂੰ ਸਭ ਕੁਝ ਲੱਗੂਗਾ। ਉਹ ਸ਼ਾਮ ਕਹਿੰਦੇ ਸ਼ਾਮ ਜੇ ਨੂੰ ਪੀ, ਜੇ ਦਿਨੇ ਪੀ ਲਈ ਤਾਂ ਤੇਰਾ ਰਾਮ ਨਾਮ ਸੱਤ ਕਰ ਦੇਣਗੇ ਫਿਰ ਉਸੇ ਵਕਤ। ਉਹ ਸ਼ਾਮ ਜਿਹਾ ਹੋਇਆ ਜੀ, ਰੋਟੀ ਰੋਟੀ ਖਾ ਕੇ ਚੰਗੀ, ਕਹਿੰਦਾ ਮੈਨੂੰ ਅੱਜ ਸੰਤਾਂ ਨੇ ਇੱਕ ਦਵਾਈ ਦਿੱਤੀ, ਤੁਸੀਂ ਮੇਰੇ ਨਾਲ ਬਹੁਤ ਪ੍ਰੇਮ ਕਰਦੇ ਹੋ, ਅੱਜ ਤੋਂ ਮੈਂ ਜਾਂਦਾ ਹੀ। ਕਹਿੰਦੇ ਚਲੋ ਸ਼ੁਕਰ ਹੈ, ਵਧੀਆ ਹੋਇਆ, ਤੇਰਾ ਬਾਹ ਵੱਢਿਆ ਗਿਆ। ਉਹ ਪਾ ਕੇ ਪੁੜੀ ਘੋਲ ਕੇ, ਉਹ ਚ ਕੀ ਸੀ? ਕੁਛ ਵੀ ਨਹੀਂ ਸੀ। ਉਹ ਜਦੋਂ ਪੀ ਕੇ ਪੈ ਗਿਆ ਤੇ ਇਸ ਤਰ੍ਹਾਂ ਇਹ ਪ੍ਰਤੀਤ ਹੁੰਦਾ ਜਿਵੇਂ ਮਰ ਗਿਆ ਹੁੰਦਾ। ਜਦੋਂ 10ਵੇਂ ਦਵਾਸ ਵਿੱਚ ਸਵਾਸ ਚੜ ਜਾਂਦੇ ਨਾ ਮਨੁੱਖ ਦੇ, ਉਦੋਂ ਇਹ ਜਗਤ ਸੰਸਾਰ ਨਹੀਂ ਭਾਦਾ। ਕਹਿੰਦੇ ਠੰਡਾ ਹੋ ਜਾਂਦਾ ਸਰੀਰ, ਕਿਉਂਕਿ ਪ੍ਰਮਾਤਮਾ ਵਿੱਚ ਹੈ ਹੀ ਨਹੀਂ, ਠੰਡਾ ਹੀ ਹੋਣੇ। ਉਹ ਰੋਣ ਲੱਗੀ ਮਾਂ, ਕਹਿੰਦੀ ਓਹੋ ਮੇਰਾ ਤਾਂ ਪੁੱਤਰ ਚਲਿਆ ਗਿਆ। ਉਹ ਚੱਲ ਜਾਈ ਜਾਂਦਾ, ਸਾਨੂੰ ਕੀ ਸੀ ਉੱਥੇ। ਘਰ ਵਾਲੀ ਰੋਣ ਲੱਗੀ, ਸਾਰੇ ਬਹਿ ਗਏ ਆਲੇ ਦੁਆਲੇ, ਉਹਨੂੰ ਐ ਹਲਾ ਦੇਖਦੇ ਨੇ, ਉਹ ਸਵਾਦ ਚੜੇ ਹੋਏ ਨੇ, ਕੁਛ ਨਹੀਂ ਕਰਦਾ, ਜੋ ਹਰਕਤ ਕੋਈ ਨਹੀਂ ਕਰਦਾ। ਭੱਜ ਕੇ ਜਾ ਕੇ ਕਿਸੇ ਨਗਰ ਦੇ ਨੇ ਕਿਹਾ, ਬਾਬਾ ਜੀ ਗੁਰੂ ਨਾਨਕ ਦੇ ਮਨ ਜਿਹੜਾ ਤੁਹਾਡਾ ਸੰਗੀ ਸੀ ਨਾ, ਉਹ ਰਾਤ ਚੜ੍ਹਾਈ ਕਰ ਗਿਆ। ਉਹਦੇ ਘਰਦਿਆਂ ਤਾਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ, ਤੇ ਚਲੋ ਛੇਤੀ ਤੁਸੀਂ, ਇੱਕਨਾਂ ਦੇ ਘਰ ਪੁੱਤ, ਪੁੱਤਾਂ ਘਰ ਪੁੱਤਰ, ਇੱਕਨਾਂ ਦੇ ਘਰ ਧੀਆਂ, ਧੀਆਂ ਘਰ ਦੋਤਰ, ਇੱਕਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ, ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਮਾਰ ਹੁੰਦੀ ਹੈ ਬੜੀ ਉੱਚੀ ਉੱਚੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਚੱਲ ਵੀ ਮਰਦਾਨੇ ਅੱਜ ਉਹਨਾਂ ਦੇ ਘਰੇ ਚੱਲੀਏ ਆਪਾਂ। ਦੇਖਿਆ ਵਿਚਾਲੇ ਵਿਹੜੇ 'ਚ ਪਾਇਆ ਹੋਇਆ, ਆਲੇ ਦੁਆਲੇ ਬੈਠੇ ਨੇ। ਦੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੱਥਾ ਟੇਕਿਆ ਸਾਰਿਆਂ ਨੇ। ਓਏ ਆਹ ਸੰਤ ਨੇ, ਕੋਈ ਫਕਰ ਫਕੀਰ, ਇਹਨਾਂ ਨੇ ਕੁਛ ਕਰਤਾ ਇਹਨੂੰ। ਮਹਾਰਾਜ ਜੀ ਬੈਠ ਕੇ, ਭਾਈ ਕੀ ਹੋ ਗਿਆ? ਕਹਿੰਦੇ ਚੰਗਾ ਭਲਾ ਰਾਤ ਪਿਆ, ਰੋਟੀ ਪਾਣੀ ਖਾਧਾ,
ਤੇ ਰਾਤ ਨੂੰ ਹੀ ਪਤਾ ਨਹੀਂ ਕੀ ਹੋ ਗਿਆ ਬਾਬਾ ਜੀ, ਇਹ ਤਾਂ ਜੱਜ ਦਾ ਸਮਾਂ ਹੁੰਦਾ, ਕਹਿੰਦੇ ਹਾਰਟ ਅਟੈਕ ਹੋ ਗਿਆ, ਅਟੈਕ ਹੋ ਗਿਆ, ਪਤਾ ਹੀ ਨਹੀਂ ਕੀ ਹੋ ਗਿਆ ਬਾਬਾ ਜੀ ਇਹਨੂੰ। ਤਾਂ ਬਾਬਾ ਜੀ ਕਹਿਣ ਲੱਗੇ ਅੱਛਾ, ਧੰਨ ਗੁਰੂ ਨਾਨਕ ਦੇ ਮਰਨ ਦਾ ਪਤਾ ਸੀ, ਨੇੜੇ ਹੋ ਕੇ ਬੈਠ ਕੇ ਹੱਥ ਲਾਇਆ ਉਹਨੂੰ, ਉਹ ਕੋਈ ਹਰਕਤ ਨਹੀਂ ਕਰਦਾ। ਮਹਾਰਾਜ ਜੀ ਕਹਿਣ ਲੱਗੇ ਭਾਈ ਸਾਡੇ ਕੋਲੇ ਦਵਾਈ ਹੈ ਇੱਕ, ਇਹਨੂੰ ਅਸੀਂ ਜਿਉਂਦਾ ਕਰ ਦਾਂਗੇ ਹੁਣ। ਸਾਰੇ ਜਿਹੜੇ ਰੋਂਦੇ ਸੀ ਨਲੀਆਂ ਜਾਂ ਕੱਢੀ ਬੈਠੇ ਜੇ ਪੂੰਝ ਕੇ ਫਟਾਫਟ ਹੱਥ, ਕਹਿੰਦੇ ਹਾਂ ਕਰ ਦਿਓ ਜੀ ਜਿਉਂਦਾ, ਛੇਤੀ ਕਰੋ। ਕਹਿੰਦੇ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਨਹੀਂ, ਇਹਦੇ ਬਦਲੇ ਕਿਸੇ ਨੂੰ ਜਾਣਾ ਪਊਗਾ। ਮੈਂ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕੀ ਸੰਦੇਸ਼ਾ ਦੇਵਾਂਗਾ, ਇਹਦੇ ਬਦਲੇ ਦੱਸੋ ਕੌਣ ਜਾਣ ਨੂੰ ਤਿਆਰ ਹੈ। ਮਹਾਰਾਜ ਨੇ ਇੱਕ ਪਾਣੀ ਦਾ ਗਲਾਸ ਮਿਲਾ ਲਿਆ, ਮੂਲ ਮੰਤਰ ਦਾ ਪਾਠ ਕਰਿਆ। ਮਹਾਰਾਜ ਕਹਿਣ ਲੱਗੇ ਆ ਜਲ ਛਕ ਲਓ, ਇਹਦੀ ਥਾਂ ਤੇ ਪੈ ਜਾਊਗਾ ਤੇ ਤੁਹਾਡਾ ਪੁੱਤਰ ਉੱਠ ਖੜੂਗਾ। ਸਾਰੇ ਕਿਲਕ ਤੇ ਢੇਲੇ ਜੇ ਪੈ ਗਏ, ਕਹਿੰਦੇ ਕੌਣ, ਮਰਨ ਨੂੰ ਕਿਹਦਾ ਜੀ ਕਰਦਾ। ਹੁਣ ਮਾਂ ਨੂੰ ਕਿਹਾ ਮਾਤਾ ਤੇਰਾ ਤਾਂ ਨਾ ਉਹ ਇਸ ਤਰ੍ਹਾਂ ਹੋਇਆ ਪਿਆ, ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ, ਤੂੰ ਹੀ ਵਗ ਜਾ, ਆ ਪਾਣੀ ਤੂੰ ਪੀ ਲਾ, ਤੇਰਾ ਪੁੱਤਰ ਠੀਕ ਹੋ ਜਾਊਗਾ, ਨਾਲੇ ਤੇਰੀ ਤਾਂ ਬੀਤੀ ਪਈ ਹੈ। ਮਾਂ ਕਹਿਣ ਲੱਗੀ ਵਾਹਿਗੁਰੂ ਵਾਹਿਗੁਰੂ, ਮਹਾਰਾਜ ਪਹਿਲੇ ਹੀ ਨੇ ਤਾਂ ਸਾਨੂੰ ਕੋਈ ਸੁੱਖ ਦਿੱਤਾ, ਇਹ ਤਾਂ ਬਾਰੀ ਆਪੋ ਆਪਣੀ ਹੈ, ਇਹਦੀ ਬਾਰੀ ਆਈ ਸੀ, ਵਿਚਾਰਾ ਚਲਿਆ ਗਿਆ, ਕੋਈ ਨਹੀਂ ਚਲੋ ਮੈਂ ਤਾਂ ਮਾੜਾ ਮੋਟਾ ਹੈ ਕੋਈ ਟਾਈਮ ਪਾਸ ਕਰ ਲੂੰ ਆਪਣਾ। ਸੰਗ ਸਖਾ ਸਭ ਤਜ ਗਏ, ਛੱਡ ਕੇ ਭਾਵ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਿਆ ਰਬਾਬ ਵਜਾਏਗਾ, ਮਹਾਰਾਜ ਹਾਂ ਲੈ ਫਿਰ ਇਹਨੂੰ ਨਾਲ ਸੁਣਦਾ, ਉਹਨੂੰ ਦੇਖ ਰਿਹਾ ਸਭ ਕੁਝ ਪਿਆ। ਦੇਖ ਲੈ ਮਾਂ ਨੇ ਜਵਾਬ ਦਿੱਤਾ, ਪਿਤਾ ਨੂੰ ਕਿਹਾ ਤੂੰ ਕੁਛ ਤਾਂ ਉਹਦਾ ਸਿਰ ਇਸ ਤਰ੍ਹਾਂ ਹੱਲਦਾ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕੁਛ ਉਹਨੇ ਐ ਨਾਹ ਦੇ ਵਿੱਚ ਹੋਰ ਹਲਾਤਾ ਵੀ ਮੈਥੋਂ ਤਾਂ ਆਪਣੀ ਪੀਤੀ ਜਾਣੀ ਹੈ। ਘਰ ਵਾਲੀ ਬੀਬੀ ਨੂੰ ਕਿਹਾ ਤੂੰ, ਕਹਿੰਦੀ ਪਹਿਲਾਂ ਕਿਹੜਾ ਸਾਨੂੰ ਕੋਈ ਸੁੱਖ ਦਿੰਦਾ ਸੀ, ਮੈਂ ਤਾਂ ਆਪਦਾ ਕੋਈ ਬੇਲਣੀ ਬੇਲ ਕੇ ਬੱਚਿਆਂ ਨੂੰ ਪਾਲ ਨੂੰ, ਕਹਿੰਦੀ ਚਲੋ ਸਾਰਿਆਂ ਨੇ ਜਵਾਬ ਦਿੱਤਾ। ਭਾਈ ਮਰਦਾਨਿਆ ਦੇਖ ਬਈ ਇਹ ਤਾਂ ਸਾਰੇ ਜਵਾਬ ਦੇ ਗਏ, ਛੱਡ ਕੇ ਜਿੰਦੇ ਤੈਨੂੰ ਸੰਗੀ ਸਾਥੀ ਨਾਲ ਦੇ, ਛੱਡ ਕੇ ਜਿੰਦੇ ਨੀ ਤੈਨੂੰ ਸੰਗੀ ਸਾਥੀ ਨਾਲ ਦੇ, ਛੱਡ ਕੇ ਜਿੰਦੇ ਨੀ ਤੈਨੂੰ ਸੰਗੀ ਸਾਥੀ ਨਾਲ ਦੇ, ਛੱਡ ਕੇ ਜਿੰਦੇ ਤੈਨੂੰ ਸੰਗੀ ਸਾਥੀ ਨਾਲ ਦੇ, ਛੱਡ ਕੇ ਜਿੰਦੇ ਤੈਨੂੰ ਸੰਗੀ ਸਾਥੀ ਨਾਲ ਦੇ, ਛੱਡ ਕੇ ਜਿੰਦੇ ਤੈਨੂੰ ਸੰਗੀ ਸਾਥੀ ਨਾਲ ਦੇ। ਸਾਰੇ ਛੱਡ ਗਏ ਤੇ ਮਰਜ ਕਹਿੰਦੇ ਆ ਪਾਣੀ ਪੀਣਾ ਕੋਈ ਗੱਲ ਨਹੀਂ, ਫਿਰ ਬਜ਼ੁਰਗਾ ਤੂੰ ਤਾਂ ਹੁਣ ਗਾਹਾਂ ਜਾਣ ਵਾਲੀ ਹੈ, ਪੀ ਲਾ। ਉਹ ਕਹਿੰਦਾ ਨਾ ਜੀ ਮੈਥੋਂ ਤਾਂ ਆਪ ਨਹੀਂ, ਘਰ ਵਾਲੀ ਸਭ ਨੇ ਜਵਾਬ ਦਿੱਤਾ। ਮਹਾਰਾਜ ਨੇ ਹੱਥ ਵਿੱਚ ਗਲਾਸ ਫੜਿਆ, ਕਹਿੰਦੇ ਫਿਰ ਭਾਈ ਅਸੀਂ ਪੀ ਲਈਏ। ਸਾਰੇ ਇੱਕੇ ਲੱਗਦੇ ਬੋਲੇ ਹਾਂ ਤੁਸੀਂ ਪੀ ਲਓ, ਤੁਸੀਂ ਤਾਂ ਵਿਹਲੇ ਹੀ ਹੋ, ਬੋਲੋ ਸਤਨਾਮ ਵਾਹਿਗੁਰੂ। ਕਹਿੰਦੇ ਤੁਸੀਂ ਪੀ ਲਓ, ਤੁਸੀਂ ਕਿਹੜਾ ਕੋਈ, ਤੁਹਾਡੇ ਕਿਹੜਾ ਕੋਈ ਅੱਗੇ ਪਿੱਛੇ ਹੈਗਾ। ਮਹਾਰਾਜ ਕਹਿਣ ਲੱਗੇ ਦੇਖੋ ਮਰਦਾਨਿਆ, ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਲੋਕ ਜਮਾ ਐਨ ਸਿੱਧ ਹੁੰਦਾ ਹੈ। ਕਹਿੰਦੇ ਠੀਕ ਹੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੈ ਸਵੇਰ। ਕਹਿੰਦੇ ਠੀਕ ਹੈ, ਤਾਂ ਜਿਉਂਦਿਆਂ ਦੇ ਸੰਬੰਧੀ ਨੇ, ਜਿੰਨਾ ਚਿਰ ਜਿਉਂਦਾ ਉਨਾ ਚਿਰ ਆਸ ਹੈ। ਜਦੋਂ ਮਨੁੱਖ ਚਲਿਆ ਗਿਆ ਫਿਰ ਇੱਕ ਰਾਤ ਵੀ, ਜੇ ਰਾਤ ਰੱਖਣਾ ਵੀ ਹੈ ਨਾ ਤਾਂ ਵੀ ਆਲੇ ਦੁਆਲੇ ਬੈਠਣਗੇ, ਵੀ ਉਹਦੇ ਉਹ ਕੋਲੇ ਬੈਠਣਾ ਪਊਗਾ। ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਸੱਚ ਤਾਂ ਇਹੋ ਹੀ ਹੈ। ਕਿਹੜਾ? ਉਹ ਸੱਚ ਤਾਂ ਕਹਿੰਦੀ ਹੈ ਗੁਰੂ ਜੀ ਤੇਰੀ ਬਾਣੀ, ਬਈ ਝੂਠੀ ਹੈ ਪ੍ਰੀਤ ਜਾਗੋ। ਤਾਂ ਬੋਲੋ ਗੱਜ ਕੇ, ਸੱਚ ਕਹਿੰਦੀ ਹੈ ਗੁਰੂ ਜੀ ਤੇਰੀ ਬਾਣੀ, ਝੂਠੀ ਹੈ ਪ੍ਰੀਤ ਜਾਗੋ ਦੀ। ਸੱਚ ਕਹਿੰਦੀ ਹੈ ਗੁਰੂ ਜੀ ਤੇਰੀ ਬਾਣੀ, ਝੂਠੀ ਹੈ ਪ੍ਰੀਤ ਜਾਗੋ ਦੀ। ਸੱਚ ਕਹਿੰਦੀ ਹੈ ਗੁਰੂ ਜੀ ਤੇਰੀ ਬਾਣੀ, ਝੂਠੀ ਹੈ ਪ੍ਰੀਤ ਜਾਗੋ ਦੀ। ਜੀ ਸੱਚ ਕਹਿੰਦੀ ਹੈ ਗੁਰੂ ਜੀ ਤੇਰੀ ਬਾਣੀ, ਗੁਰੂ ਜੀ ਤੇਰੀ ਬਾਣੀ, ਝੂਠੀ ਹੈ ਪ੍ਰੀਤ ਜਾਗੋ ਦੀ। ਸੱਚ ਕਹਿੰਦੀ ਹੈ ਗੁਰੂ ਜੀ ਤੇਰੀ ਬਾਣੀ, ਪ੍ਰੀਤ ਜਾਗੋ ਦੀ। ਸੱਚ ਕਹਿੰਦੀ ਹੈ ਗੁਰੂ
ਜੀ ਤੇਰੀ ਬਾਣੀ ਝੂਠੀ ਹੈ ਪ੍ਰੀਤ ਜਗ ਦੀ ਉਹ ਸੱਚ ਕਹਿੰਦੀ ਏ ਗੁਰੂ ਜੀ ਤੇਰੀ ਬਾਣੀ ਝੂਠੀ ਹੈ ਪ੍ਰੀਤ ਜਗ ਦੀ ਮਹਾਰਾਜ ਜੀ ਨੇ ਗਲਾਸ ਪੀ ਲਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੁੱਤਰ ਨੂੰ ਫੜ ਕੇ ਮਹਾਰਾਜ ਜੀ ਨੇ ਠਾ ਦਿੱਤਾ। ਕਹਿੰਦੇ ਆਹ ਦੇਖ ਲਾ, ਤੂੰ ਤਾਂ ਪਿਆ ਰਾਤ ਦਾ, ਅਸੀਂ ਦੇਖਿਆ ਸੀ ਕੌਤਕ ਕਰਕੇ ਵੀ ਇਹਨੂੰ ਦੱਸ ਦਈਏ। ਤੇਰੀ ਮਾਂ ਨੇ ਜਵਾਬ ਦਿੱਤਾ, ਤੇਰੇ ਪਿਤਾ ਨੇ ਜਵਾਬ ਦਿੱਤਾ, ਤੇਰੀ ਘਰਵਾਲੀ ਨੇ, ਤੇਰੇ ਬੱਚਿਆਂ ਨੇ, ਸਾਰਿਆਂ ਨੇ ਜਵਾਬ ਦਿੱਤਾ। ਕਹਿੰਦੇ ਤੁਸੀਂ ਪੀ ਲਓ ਪਾਣੀ। ਕਹਿੰਦੇ ਇਹ 'ਚ ਹੋਣਾ ਤਾਂ ਕੀ ਸੀ, ਪਰ ਮੈਂ ਤੈਨੂੰ ਦਿਖਾਉਣਾ ਸੀ। ਇਹ ਜਗ ਮੀਤ ਨਾ ਦੇਖਿਓ ਕੋਈ। ਮਹਾਰਾਜ ਜੀ ਕਹਿੰਦੇ ਸੰਗ ਸਖਾ ਸਭ ਤਜ ਗਏ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ। ਤਜੀ ਤੋਂ ਭਾਵ ਜਦੋਂ ਹੰਸ ਦੇ ਵਿੱਚੋਂ ਆਹ ਸਰੀਰ ਰੂਪੀ ਭਾਂਡੇ ਦੇ ਵਿੱਚੋਂ ਉਹ ਕਾਇਆ ਨਿਕਲ ਗਈ, ਪਰਮਾਤਮਾ ਦੀ ਸਦਾ ਨਿਕਲ ਗਈ। ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਘਰ ਭਾਗੀ। ਕਹਿੰਦੇ ਉਦੋਂ ਜਿਹੜੀ ਨਾਲ ਦੀ ਅਰਧ ਸਰੀਰੀ ਉਹ ਵੀ ਕੋਈ ਤਾਂ ਪ੍ਰੇਤ ਹੈ, ਹੁਣ ਤਾਂ ਮਰੇ ਹੋਏ ਕਿਸੇ ਦੇ ਮਿੱਤ ਨਹੀਂ ਹੁੰਦੇ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖ ਲਿਆ। ਕਹਿੰਦੇ ਜੀ ਹਾਂ, ਤੂੰ ਕਹਿਣਾ ਸੀ ਮੇਰੇ ਨਾਲ ਬਹੁਤ ਪ੍ਰੇਮ, ਤੇਰੇ ਨਾਲ ਤਾਂ ਕੋਈ ਮਰਨ ਵਾਸਤੇ ਉੱਤੇ ਇੱਥੋਂ ਪਹਿਲਾਂ ਜਾਣ ਵਾਸਤੇ ਕੋਈ ਤਿਆਰ ਨਹੀਂ, ਤੇ ਤੂੰ ਕਹਿੰਦਾ ਮੇਰੇ ਨਾਲ ਬਹੁਤਾ ਪ੍ਰੇਮ ਕਰਦੇ। ਜਗਤ ਵਕਤ ਇਨਸਾਨ ਤੇ ਆਣ ਪੈਂਦੇ, ਸਰਪਰਸੀਆਂ ਦੇ ਬਣ ਬਣ ਕੱਟ ਜਾਂਦੇ। ਉਹ ਬੁਰੇ ਭਲੇ ਦੀ ਨਾ ਕੋਈ ਪਰਖ ਕਰਦਾ, ਯਾਰ ਯਾਰਾਂ ਤੋਂ ਪਾਸਾ ਵੱਟ ਜਾਂਦੇ। ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ। ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾ, ਲਾਹਾ ਇਸ ਜਹਾਨ ਵਿੱਚੋਂ ਹਟ ਜਾਂਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਤੇਰੇ ਖਿਆਲ ਤੇਰੇ ਸੰਸਕਾਰ ਚੰਗੇ ਸੀ, ਪਰ ਮਾਤਾ ਪਿਤਾ ਦੇ ਸੰਸਕਾਰ ਚੰਗੇ ਨਹੀਂ ਸੀ। ਜਦੋਂ ਦੋਨਾਂ ਦੇ ਸੰਸਕਾਰ ਚੰਗੇ ਹੋ ਜਾਣ, ਬਹੁਤ ਬਿਰਲੇ, ਮਹਾਰਾਜ ਜੀ ਕਹਿੰਦੇ ਹੈਣ ਬਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਕਹਿੰਦੇ ਇਹ ਬਹੁਤ ਘੱਟ ਮਿਲਣਗੇ ਵੀ ਜੇ ਮਾਤਾ ਦੇ ਵੀ ਖਿਆਲ, ਪਿਤਾ ਦੇ ਵੀ ਖਿਆਲ, ਪੁੱਤਰ ਦੇ ਵੀ ਖਿਆਲ, ਤਿੰਨਾਂ ਦੇ ਇੱਕ ਨੇ ਨਾ। ਕਹਿੰਦੇ ਉਹਨਾਂ ਨੂੰ ਸਵਰਗ ਵੇਖਣ ਦੀ ਲੋੜ ਨਹੀਂ ਹੈ, ਉਹਨਾਂ ਦੇ ਘਰ ਦੇ ਵਿੱਚ ਇਸ ਧਰਤੀ ਦੇ ਉੱਤੇ ਸਵਰਗ ਹੈ। ਸਵਰਗ ਕੋਈ ਇਸ ਨਹੀਂ ਆਇਆ, ਇਸ ਤਰ੍ਹਾਂ ਨਹੀਂ ਵੀ ਕੋਈ ਵੱਡਾ ਬਗੀਚਾ ਲੱਗਿਆ, ਉੱਥੇ ਵੱਡੇ ਮਹਿਲ ਬਣੇ ਨੇ ਜਾਂ ਉੱਥੇ ਆ ਬਣੇ, ਨਹੀਂ। ਮਹਾਰਾਜ ਜੀ ਕਹਿੰਦੇ ਸਵਰਗ ਇੱਥੇ ਹੀ ਹੈ। ਕਣਕ ਪ੍ਰਾਣੀ ਘਿਓ ਨਿਆ, ਘਰ ਮਿੱਠ ਬੋਲੜੀ ਨਾਰ, ਆਗਿਆਕਾਰੀ ਪੁੱਤਰ ਹੋਵੇ ਸੁਰਗ ਨਿਸ਼ਾਨੀ ਚਾਰ। ਕਿੱਕਰ ਘਰ ਕਪੂਤ ਘਰ, ਘਰ ਕੁਲੱਖਣੀ ਨਾਰ, ਚੌਥੇ ਮੈਲੇ ਕੱਪੜੇ ਨਰਕ ਨਿਸ਼ਾਨੀ ਚਾਰ। ਕਹਿੰਦੇ ਇੱਥੇ ਨਰਕ ਇੱਥੇ ਸੁਰਗ ਹੈ, ਪਰ ਮਨੁੱਖ ਦੇਖਦਾ ਨਹੀਂ। ਉਹ ਕਹਿੰਦਾ ਕੋਈ ਨਹੀਂ, ਦੇਖੀ ਜਾਓ ਜਦੋਂ ਨਰਕ ਜਾਵਾਂਗੇ। ਪਰ ਮਹਾਰਾਜ ਜੀ ਕਹਿੰਦੇ ਇੱਥੇ ਸਵਰਗ ਬਣਾ, ਤੇਰੇ ਘਰ ਦੇ ਵਿੱਚ ਹੀ ਸਵਰਗ ਬਣ ਸਕਦਾ। ਐਸੀ ਗੱਲ ਨਹੀਂ ਕਿਵੇਂ ਮਿੱਠਾ ਬੋਲੇ ਨਿਭ ਚੱਲੇ, ਪੱਲਿਓ ਨਾ ਕੁਛ ਦੇ, ਰੱਬ ਤੇ ਨਾ ਦੇ ਬੁਕੜੀ ਜੰਗਲ ਕਿਆ। ਵੱਡੇ ਵੱਡੇ ਜਿਹੜੇ ਕਹਿੰਦੇ ਘਾਉਂਦੇ ਕੇਸ ਸੀ, ਚਾਹੇ ਉਹ ਕੋਰਟ ਕਚਹਿਰੀ ਵਿੱਚ ਚਲੇ ਗਏ, ਉੱਥੇ ਜਾ ਕੇ ਨਿਬੇੜਾ ਕਿਵੇਂ ਹੋਇਆ, ਇਸ ਤਰ੍ਹਾਂ ਕੋਈ ਨਾ ਜੀ ਚਲੋ ਹੋ ਗਿਆ, ਬਸ ਇੱਥੇ ਹੀ ਨਿਬੜਦੇ। ਜੇ ਅਗਰ ਕਿਤੇ ਇੱਥੇ ਇਹ ਕਿਹਾ ਜਾਵੇ ਵੀ ਕੋਈ ਗੱਲ ਨਹੀਂ, ਚਲੋ ਜਿਹੜਾ ਹੋ ਗਿਆ, ਅੱਗੇ ਸਮਝ ਚੱਲੀ ਨਾ ਦਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਆਓ ਸੰਤ ਰਾੜੇ ਵਾਲੇ ਇੱਕ ਸੁਣਾਉਂਦੇ ਹੁੰਦੇ ਪਿਆਰ ਵਿੱਚ, ਕਹਿੰਦੇ ਕੋਈ ਮਰਾਸੀ ਸੀ, ਮਰਾਸੀ, ਉਹਨਾਂ ਦੇ ਘਰ ਦੇ ਵਿੱਚ ਕੋਈ ਬੱਚਾ ਨਾ ਪੈਦਾ ਹੋਇਆ। ਮੈਂ ਅਰਜ਼ ਕਰ ਰਿਹਾ, ਮੰਗੋ ਦਾਤੇ ਤੋਂ ਮੰਗੋ, ਦਿੰਦਾ ਪਰਮਾਤਮਾ, ਬੜਿਆਂ ਨੂੰ ਦਿੱਤੇ ਨੇ ਰੱਬ ਨੇ। ਪਰਮਾਤਮਾ ਦੇ ਘਰ ਦੇ ਵਿੱਚੋਂ ਇਹ ਦਾਤ ਮਿਲਦੀ ਹੈ। ਪਰ ਜਿੱਥੇ ਇਹ ਗੱਲ ਕਹਿੰਦੇ ਆ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਦੇ ਦਿਓ, ਉੱਥੇ ਨਾਲ ਇੱਕ ਸ਼ਬਦ ਹੋਰ ਲਾ ਦਿਓ, ਚੰਗਾ ਹੋਵੇ, ਲਾਇਕ ਹੋਵੇ, ਸਾਨੂੰ ਬੁਢਾਪੇ ਵੇਲੇ ਸਾਂਭ ਲੈ, ਕਿਤੇ ਉੱਥੇ ਨਾ ਤੋਰਦੇ। ਬਿਰਧ ਆਸ਼ਰਮ ਵਿੱਚ ਬੋਲੋ ਸਤਨਾਮ ਵਾਹਿਗੁਰੂ। ਉਹ ਚਲੋ ਉਹਨਾਂ ਦੇ ਘਰ ਦੇ ਵਿੱਚ ਕੋਈ ਪੁੱਤਰ ਹੈ ਹੀ ਨਹੀਂ ਸੀ, ਉਹ ਵਿਚਾਰੇ ਬੜੇ ਐ ਇਸ ਤਰ੍ਹਾਂ ਤੜਫਿਆ ਕਰਨ ਪੁੱਤਰਾਂ ਵਾਲਿਆਂ ਨੂੰ ਦੇਖ ਕੇ, ਇਹਨਾਂ ਦੇ ਪੁੱਤਰ ਹੈ, ਸਾਡੇ ਹੈ ਹੀ ਨਹੀਂ, ਇਹਨਾਂ ਦੇ ਆਹ ਕੁਝ ਹੈ, ਸਾਡੇ ਹੈ ਹੀ ਨਹੀਂ। ਇੱਕ ਦਿਨ ਗਰਮੀ ਦਾ ਮਹੀਨਾ ਸੀ, ਉਹ ਤਾਂ ਕੋਠੇ ਉੱਤੇ ਪਏ। ਜਦੋਂ ਕੋਠੇ ਉੱਤੇ ਪਏ, ਮਨ ਦੇ ਬਲਬਲੇ ਵੀ ਕਈ ਵਾਰੀ ਐ ਤਿਆਰ ਹੋ ਜਾਂਦੇ ਨੇ ਮਨ ਦੇ ਵਿੱਚ ਆਪਣੇ, ਇੱਥੋਂ ਬੈਠੇ ਬੈਠੇ ਪਹੁੰਚ ਜਾਂਦੇ ਬੜੀ ਦੂਰ ਤੱਕ। ਉਹ ਪਏ ਪਏ ਦੋਨੋਂ ਗੱਲਾਂ ਕਰਦੇ ਨੇ, ਘਰ ਵਿੱਚ ਪੁੱਤਰ ਤਾਂ ਹੈ ਨਹੀਂ, ਆਪਾਂ ਕੀ ਕਰਾਂਗੇ, ਆਹ ਥੋੜਾ ਜਿਹਾ ਘਰ ਹੈ ਆਪਣੇ ਕੋਲ, ਇੱਕ ਕੋਠਾ ਹੈ, ਇਹ ਕਿਹਨੂੰ ਦੇਵਾਂਗੇ। ਉਹ ਕਹਿਣ ਲੱਗੇ ਆਪੀ ਗਵੰਡੀ ਸਾਂਭ ਲੈਣਗੇ, ਕੋਈ ਗੱਲ ਨਹੀਂ, ਤੂੰ ਨਾ ਫਿਕਰ ਕਰ। ਉਹ ਪਈ ਪਈ ਕਹਿਣ ਲੱਗੀ ਚੰਗਾ ਐਂ ਕਰੋ, ਜੇ ਆਪਾਂ ਨੂੰ ਰੱਬ ਨੇ ਪੁੱਤਰ ਦੇਤਾ, ਆਪਣੇ ਕੋਲ ਮੰਜਾ ਵੀ ਇੱਕ ਹੈ, ਆਪਣੇ ਕੋਲ ਕੋਠਾ ਵੀ ਇੱਕ ਹੈ, ਤੇ ਰੋਟੀਆਂ ਵੀ ਮਸੀਂ ਆਪਾਂ ਨੂੰ ਦੋ ਦੋ ਮਿਲਦੀਆਂ ਨੇ, ਗਰੀਬੀ ਬਹੁਤੀ ਹੈ, ਫਿਰ ਕੀ ਕਰਾਂਗੇ ਆਪਾਂ। ਉਹ ਥੋੜਾ ਜਿਹਾ ਪਾਸਾ ਜਿਹਾ ਮਾਰ ਕੇ ਕਹਿੰਦਾ ਜੀ ਰੱਬ ਨੇ ਪੁੱਤਰ ਦੇਤਾ, ਖੁਸ਼ ਹੋ ਗਿਆ, ਆਪਾਂ ਉਹਨੂੰ ਇੱਥੇ ਵਿਚਾਲੇ ਪਾ ਲਾਂਗੇ।
ਉਹ ਕਹਿਣ ਲੱਗੀ ਦੇਖੋ ਮਨ ਦੀ ਬੁਲਬੁਲੀ ਨਹੀਂ ਹਜੇ ਇਹ। ਫਿਰ ਕਹਿਣ ਲੱਗੀ ਥੋੜੇ ਸਮੇਂ ਬਾਅਦ ਗੱਲਾਂ ਕਰਦੇ ਆ, ਫਿਰ ਪੁੱਤਰ ਨੂੰ ਪੜ੍ਹਾਵਾਂਗੇ, ਫਿਰ ਲਿਖਾਵਾਂਗੇ, ਫਿਰ ਵੱਡਾ ਹੋਊਗਾ, ਫਿਰ ਵਿਆਹਾਂਗੇ, ਫਿਰ ਘਰ ਵਿੱਚ ਨੂੰਹ ਆਊਗੀ, ਫਿਰ ਪੋਤਰਾ ਹੋ ਜੂ, ਪੋਤਰੀ ਹੋ ਜੂ। ਇਸ ਤਰ੍ਹਾਂ ਉਹ ਗੁੰਦ ਨੇ 2 ਮਿੰਟਾਂ ਦੀ ਗੱਲ ਹੈ, 1 ਮਿੰਟ ਦੀ ਗੱਲ। ਉਹ ਕਹਿਣ ਲੱਗੀ ਗੱਲਾਂ ਕਰਦਿਆਂ ਕਰਦਿਆਂ ਕਹਿੰਦੀ ਜੇ ਇੱਕ ਪੁੱਤਰ ਹੋਰ ਦੇਤਾ ਰੱਬ ਨੇ, ਉਹਨੂੰ ਕਿੱਥੇ ਪਾਵਾਂਗੇ? ਮੰਜਾ ਤਾਂ ਆਪਣੇ ਕੋਲ ਇੱਕੋ ਹੀ ਹੈ। ਉਹਨੇ ਥੋੜਾ ਜਿਹਾ ਪਾਸਾ ਹੋਰ ਮਾਰਿਆ, ਉਹ ਕਹਿੰਦਾ ਉਹਨੂੰ ਇੱਥੇ ਪਾ ਲਾਂਗੇ। ਵਿਚਾਲੇ 2 ਖੇਡਿਆ ਕਰਨਗੇ, ਆਪਾਂ ਦੇਖਿਆ ਕਰਾਂਗੇ। ਉਹ ਕਹਿਣ ਲੱਗੀ ਠੀਕ ਹੈ, ਇਹਨੂੰ ਵੀ ਫਿਰ ਪੜ੍ਹਾਉਣਾ ਲਿਖਾਉਣਾ ਪਊ। ਕਹਿੰਦੀ ਹਾਂ ਇਹਨੂੰ ਵੀ ਪੜ੍ਹਾਵਾਂ ਲਿਖਾਵਾਂਗੇ। ਗੱਲਾਂ ਕਰਦਿਆਂ ਕਰਦੇ ਉਹ ਕਹਿੰਦੀ ਜੇ ਰੱਬ ਨੇ ਇੱਕ ਪੁੱਤਰ ਹੋਰ ਦੇ ਦਿੱਤਾ ਫੇਰ ਕੀ ਕਰਾਂਗੇ? ਉਹ ਥੋੜਾ ਜਿਹਾ ਬਾਹੀਂ ਦੇ ਤੱਦਾ ਹੈਗਾ ਹੀ ਸੀ, ਹੋਰ ਥੋੜਾ ਜਿਹਾ ਪਾਸਾ ਮਾਰ ਲੱਗਿਆ, ਮੰਜਾ ਕੋਠੇ ਤੇ ਡਹਾਇਆ ਹੋਇਆ ਸੀ, ਦੌੜ ਦੇਣੇ ਥੱਲੇ ਡਿੱਗ ਪਿਆ, ਟੂਈ ਟੁੱਟ ਗਈ। ਉਹ ਕਹਿੰਦੀ ਪਤੀ ਦੇਵ ਕਿੱਥੇ ਹੋ? ਕਹਿੰਦਾ ਆ ਪਿਆ ਥੱਲੇ। ਕੀ ਹੋ ਗਿਆ? ਕਹਿੰਦਾ ਅਣਹੋਈ ਲਾਦ ਨੇ ਮਾਰ ਲਿਆ। ਬੋਲੋ ਸਤਨਾਮ। ਵਾਹਿਗੁਰੂ ਜੀ। ਕਈ ਤਾਂ ਹੁੰਦੇ ਹੀ ਨਹੀਂ, ਉਹ ਪਹਿਲੇ ਟੂਹਾ ਤੋੜ ਦਿੰਦੇ। ਚਲੋ ਜਿਨ੍ਹਾਂ ਦੇ ਹੈ ਉਹ ਤਾਂ ਬਚਾ ਕੇ ਰੱਖਣਗੇ ਆਪਣਾ, ਕਈਆਂ ਦੇ ਹੁੰਦਾ ਹੀ ਨਹੀਂ, ਉਹ ਪਹਿਲੇ ਹੀ। ਉਹ ਕਹਿੰਦਾ ਆ ਪਿਆ ਹਜੇ ਤਾਂ ਹੋਏ ਨਹੀਂ, ਤੂੰ ਤਾਂ ਪੜ੍ਹਾ ਵੀ ਲਿਆ, ਲਿਖਾ ਵੀ ਲਿਆ, ਨੂੰਹ ਵੀ ਲਿਆਂਦੀ, ਪੋਤਰੇ ਪੋਤਰੇ ਦਾ ਵੀ ਮੂੰਹ ਦੇਖ ਲਿਆ, ਗਾਹਾਂ ਤਾਂ ਪਤਾ ਨਹੀਂ ਕੀ ਹਾਲ ਹੋਊਗਾ, ਇਹ ਤਾਂ ਹਜੇ ਮੁੰਡੇ ਨਹੀਂ ਕਰਤਾ। ਇਹ ਕਰਕੇ ਮਰਜੀ ਕਹਿੰਦੇ ਹਾਂ ਮੰਗੋ ਜ਼ਰੂਰ। ਮੰਗਦੇ ਆ, ਮੰਗਦੇ ਵੀ ਆ, ਹੁੰਦੇ ਵੀ ਨੇ ਧੀਆਂ ਪੁੱਤਰ, ਤੇ ਉਹਨਾਂ ਵਾਸਤੇ ਕਰਦੇ ਵੀ ਕੀ ਕੁਛ ਹੈ। ਪਹਿਲੇ ਵਾਲੀ ਧਾਰਨਾ ਦੁਹਰਾਇਓ, ਫਿਰ ਆਪਾਂ ਸਮੇਂ ਦੇ ਵਿੱਚ ਰਹਿ ਕੇ ਜੀ ਆਨੰਦ ਸਾਹਿਬ ਦੀ ਬਾਣੀ ਦੇ ਨਾਲ ਜੁੜਨਾ। ਕੀ ਕਹਿੰਦੇ ਨੇ ਮਹਾਰਾਜ? ਹੋ ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ ਆ। ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ ਆ। ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ ਆ। ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ ਆ। ਦੁੱਧ ਮੱਖਣਾ ਦੇ ਨਾਲ ਬਾਲਿਆ, ਭੁੱਖ ਲੈਂਦੀ ਦੀਦ ਕਿਤੇ ਆ। ਮਾਂ ਨੇ ਦੁੱਧ ਮੱਖਣਾ ਦੇ ਨਾਲ ਬਾਲਿਆ, ਭੁੱਖ ਲੈਂਦੀ ਦੀਦ ਕਿਤੇ ਆ। ਜੀ ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ ਆ। ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ ਆ। ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ ਆ। ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ ਆ। ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ ਆ। ਮਾਂ ਨੇ ਦੁੱਧ ਮੱਖਣਾ ਦੇ ਨਾਲ ਪਾਲਿਆ, ਭੁੱਖ ਲੈਂਦੀ ਦੀਦ ਕੀਤੇ ਆ। ਆਓ ਪਿਆਰ ਵਿੱਚ ਸਾਰੇ ਜੁੜਿਓ। ਆਨੰਦ ਸਾਹਿਬ ਦੀ ਬਾਣੀ ਵਿੱਚ 31 ਤਰੀਕ ਦਾ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਿਹੜੇ ਸੰਤਾਂ ਨੇ ਜੋੜਨ ਵਾਲਾ ਕੰਮ ਕਰਿਆ। ਸਾਧੂ ਦਾ ਕੰਮ ਹੀ ਹੁੰਦਾ ਜੋੜਨਾ। ਉਹ ਭਾਵੇਂ ਕਿਸੇ ਵੀ ਲਿਬਾਸ ਵਿੱਚ ਹੋਵੇ, ਬਸ ਇਹ ਨਹੀਂ ਵੀ ਇਹ ਦੇਖਣਾ ਤੁਸੀਂ ਇਹ ਬਾਬਿਆਂ ਦੇ ਚੋਲਾ ਪਾਇਆ ਹੋਇਆ, ਇਹਨਾਂ ਦੇ ਪੱਗ ਗੋਲ ਬੰਨੀ ਹੋਈ ਹੈ, ਨਹੀਂ, ਉਹ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ, ਪਰ ਉਹਦਾ ਅੰਦਰਲਾ ਜਿਹੜਾ ਹਿਰਦਨ ਉਹ ਜੋੜਨ ਵਾਲਾ ਹੋਵੇ। ਇਹ ਤੁਸੀਂ ਵੇਖੀ ਚੱਲੋ, ਤੁਹਾਡੇ ਸਾਹਮਣੇ ਪ੍ਰਤੱਖ ਗੱਲਾਂ ਨੇ, ਗ੍ਰੰਥਾਂ ਵਿੱਚੋਂ ਜੇ ਘੱਟ ਮਿਲਦੀਆਂ ਨੇ, ਗ੍ਰੰਥਾਂ ਵਿੱਚੋਂ ਘੱਟ ਮਿਲਦੀਆਂ ਨੇ, ਤੇ ਤੁਹਾਡੇ ਸਾਹਮਣੇ ਪ੍ਰਤੱਖ ਕਈ ਗੱਲਾਂ ਸਾਹਮਣੇ ਵਾਪਰ ਜਾਂਦੀਆਂ ਨੇ। ਸਾਡੇ ਨੂੰ 3-4 ਦਿਨ ਹੋ ਗਏ ਵਰਤੀ ਜਾਂਦੀਆਂ ਨੇ। ਮਾਫ ਕਰਿਓ ਪਿਆਰਿਓ, ਕੋਈ ਵੀ ਗਿਲਾ ਨਾ ਕਰੋ। ਕਿਸੇ ਨੇ ਵੀ ਆ ਕੇ ਇਹ ਗੱਲ ਨਹੀਂ ਆਖੀ ਵੀ ਚਲੋ ਆਪਾਂ ਕੋਈ ਨਹੀਂ, ਆਪਾਂ ਦੋਨੇ ਪਰਿਵਾਰਾਂ ਨੂੰ ਬਿਠਾ ਕੇ ਸਮਝਾ ਦਿੰਨੇ ਕੀ ਗੱਲ ਹੈ ਇਹ। ਪਰ ਜਿਹੜਾ ਵੀ ਆਉਂਦਾ ਬਾਬਾ ਕੁਹਾੜੀ ਲਾ ਕੇ ਰੱਖਿਆ ਕਰ ਨਾਲ। ਮੈਂ ਥੋੜਾ ਜਿਹਾ ਹੋਰ ਕਹਿਣਾ ਵੀ 2 ਲਾਈਆਂ ਹੋਈਆਂ ਨੇ। ਬੋਲੋ ਸਤਨਾਮ ਵਾਹਿਗੁਰੂ। ਆਪਾਂ ਕਿਹੜਾ ਕਿਸੇ ਦੇ ਮਾਰਨੇ, ਜਿਹੜੇ ਗੁਰੂ ਦਾ ਬਾਣ ਵੱਜ ਜਾਵੇ, ਵੱਡੀ ਸਾਡੇ ਵਾਲੀ ਕੁਹਾੜੀ ਉੱਥੇ ਕੀ ਕਰੂਗੀ? ਸਾਡੀ ਵੱਜੀ ਕੁਹਾੜੀ ਸ਼ਾਇਦ ਰਾਮ ਆ ਜੇ ਟੰਕਿਆਂ ਨਾਲ ਚੰਗੇ ਹਸਪਤਾਲ ਦੇ, ਪਰ ਜਿਹਦੇ ਗੁਰੂ ਦੀ ਕੁਹਾੜੀ ਵੱਜ ਗਈ ਨਾ, ਮੁੜ ਕੇ ਉੱਠ ਨਹੀਂ ਸਕਦਾ।
ਗੁਰੂ ਦੇ ਹਿੱਸਾ ਬਾਣ ਹੈ। ਮੁੜ ਕੇ ਉਹ ਜ਼ਿੰਦਗੀ ਗੁਰੂ ਦਾ ਬਾਣ ਵੱਜਿਆ, ਜਿਹੜਾ ਨਾ ਉਹ ਸਮੇਂ ਦਾ ਬਾਦਸ਼ਾਹ ਸੀ ਔਰੰਗਜ਼ੇਬ, ਐਸਾ ਬਾਣ ਮਾਰਿਆ ਗੁਰੂ ਨੇ, ਕੋਈ ਤੀਰ ਨਹੀਂ ਛੱਡਿਆ ਉਹਦੇ ਕੰਨੀ। ਇੱਕ ਐਸਾ ਬਿਰਹੋਂ ਦਾ ਤੀਰ ਛੱਡਿਆ, ਔਰੰਗਾਬਾਦ ਦੀ ਧਰਤੀ ਵਿੱਚ ਪਿਆ ਮੰਜੇ ਉੱਤੇ ਤੜਫਦਾ। ਜਫਰਨਾਮਾ ਲਿਖ ਕੇ ਭਾਈ ਦਿਆਲ ਸਿੰਘ ਨੂੰ ਭੇਜਤਾ, ਜਾ ਉੱਥੇ ਜਾ ਕੇ ਉਹਨੂੰ ਪੜ੍ਹ ਕੇ ਸੁਣਾ ਦੀ। ਇਹੋ ਜਿਹਾ ਇੱਕੋ ਹੀ ਬਾਣ ਵੱਜਿਆ। ਗੁਰੂ ਜੀ ਕਹਿਣ ਲੱਗੇ, ਓਏ ਰੰਗਿਆ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਇੰਨੀ ਗੱਲ ਕਿ ਉਹ ਰੰਗਿਆ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਮੇਰੇ ਢਿੱਡ ਤੋਂ 40 ਸਿੱਖ ਸੀ, ਭੁੱਖੇ ਸੀ ਢਿੱਡ ਤੋਂ, ਤੂੰ ਉਹਨਾਂ ਨੂੰ ਫੜਨ ਵਾਸਤੇ 10 ਲੱਖ ਦੀ ਫੌਜ ਭੇਜਿਓ, ਤੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਇੰਨੀ ਕੁ ਲਾਹਨਤ ਪਈ ਸੀ। ਉਹ ਕਹਿੰਦੇ 40 ਨੂੰ ਫੜਨ ਵਾਸਤੇ 80 ਭੇਜ ਦਿੰਦਾ, ਉਦੋਂ ਦੁੱਗਣੇ ਭੇਜ ਦਿੰਦਾ। ਉਹ ਤਾਂ 10 ਲੱਖ ਫੌਜ ਭੇਜੀ ਉੱਥੇ, ਬਸ ਚਿੱਠੀ ਪੜ੍ਹਦਾ ਪੜ੍ਹਦਾ ਹੀ ਮਰ ਗਿਆ ਸੀ। ਦੇਖ ਲਓ ਗੁਰੂ ਦਾ ਬਾਣ ਇਹੋ ਜਿਹਾ ਹੈ। ਕਰਕੇ ਆਓ, ਜ਼ਰੂਰ ਬੇਨਤੀ ਪ੍ਰਵਾਨ ਕਰਿਓ। ਅੱਜ ਸ਼ਾਇਦ 26 ਤਰੀਕ ਹੋ ਗਈ, 27 ਤਰੀਕ ਹੋ ਗਈ। 27, 28, 29, 30 ਤੇ 31 ਦਾ ਤਾਂ ਦਿਹਾੜਾ ਹੀ ਹੈ, ਬਾਬਾ ਜੀ ਦਾ ਦਿਹਾੜਾ ਹੈ। ਤੇ 31 ਤਰੀਕ ਦੀ ਦੇਗ ਦੀ ਸੇਵਾ ਹੁੰਦੀ ਹੈ ਭਾਈ ਚਰਨਜੀਤ ਸਿੰਘ ਜੀ ਵੱਲੋਂ। ਉਹਨਾਂ ਨੂੰ ਮੈਂ ਬੇਨਤੀ ਕਰਦਾ, ਭਾਈ ਦੇਗ ਦੀ ਸੇਵਾ ਤੁਹਾਡੀ ਹੈਗੀ ਜ਼ਰੂਰ। ਜੇ ਤੁਹਾਡਾ ਹੁਕਮ ਹੋਵੇ ਤੜਕੇ ਵਾਲੀ ਅਸੀਂ ਬਣਾ ਦਾਂਗੇ, ਜਿਹੜੀ ਭੋਗ ਵਾਲੀ ਉਹ ਤੁਹਾਡੀ ਦੇਗ ਹੈ ਸਾਰੀ। ਉਦੋਂ ਕਿਲੋ ਕੁ ਘਿਓ ਲੱਗ ਜੂਗਾ, ਤੜਕੇ ਵਾਲੀ 'ਚ ਪਾਈਆ ਕਿ ਲੱਗੂਗਾ, ਉਹ ਅਸੀਂ ਚਲੋ ਤੁਹਾਡੇ ਭੈਣ ਭਰਾ ਅਸੀਂ ਉਹ ਕਰ ਦਿਆਂਗੇ। ਤੇ ਉਦੋਂ ਭੋਗ ਵੇਲੇ ਜ਼ਰੂਰ ਤੁਸੀਂ ਵੱਧ ਚੜ੍ਹ ਕੇ, ਨਾਲੇ ਤਾਂ ਹਾਜ਼ਰੀ ਵੀ ਭਰਨੀ ਹੈ, ਸੁਖਮਨੀ ਸਾਹਿਬ ਦਾ ਪਾਠ ਹੋਊਗਾ, ਬਾਣੀ ਦਾ ਜਾਪ ਹੋਊਗਾ। ਇੱਕ ਅੱਖਰ ਸਾਡੇ ਅੰਦਰ ਵੜ ਗਿਆ ਬਾਣੀ ਦਾ, ਉਹ ਸਾਡਾ ਵੀ ਭਲਾ ਹੋ ਜਾਵੇਗਾ। ਜ਼ਰੂਰ ਬੇਨਤੀ ਪ੍ਰਵਾਨ ਕਰੋ। ਰਾਮਕਲੀ ਮਹੱਲਾ